ਬ੍ਰੇਕ ਤੋਂ ਬਾਅਦ ਤੁਹਾਡਾ ਸਾਡੇ ਸ਼ੋਅ ਪੱਕ ਦੀਆਂ ਖਬਰਾਂ ਸਵਾਗਤ ਆ। ਜਿੱਦਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਅੱਜ ਅਸੀਂ ਬਰਹਾਨ ਖਾਨ ਜੀ ਨੂੰ ਲੈ ਕੇ ਆਵਾਂਗੇ। ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬਰਹਾਨ ਖਾਨ ਜੀ, ਜੋ ਕਿ ਕੈਲਗਰੀ ਮੈਕੌਲ ਤੋਂ ਇੰਡੀਪੈਂਡੈਂਟ ਕੈਂਡੀਡੇਟ ਐਜ਼ ਇੰਡੀਪੈਂਡੈਂਟ ਕੈਂਡੀਡੇਟ ਇਲੈਕਸ਼ਨ ਵਿੱਚ ਨੇ। ਬਰਹਾਨ ਖਾਨ ਜੀ, ਪਹਿਲਾਂ ਤਾਂ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਐਂਡ ਵੈਲਕਮ। ਅਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਆਪਣੀ ਇੰਟਰੋਡਕਸ਼ਨ ਦਿਓ ਕਿ ਹੂ ਇਜ਼ ਬਰਹਾਨ ਖਾਨ। ਅਤੇ ਸਭ ਤੋਂ ਪਹਿਲਾਂ ਜੀ ਥੈਂਕ ਯੂ ਵੈਰੀ ਮਚ, ਤੁਸੀਂ ਮੈਨੂੰ ਬੁਲਾਇਆ ਅਤੇ ਚੱਕਤੇ TV ਉਹਦੀ ਮੈਨੇਜਮੈਂਟ 'ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ। ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਗੁੱਡ ਈਵਨਿੰਗ, अस्सलाम वालेकुम एंड या अली मदद। जी मेरा नाम बुरहान खान है तो मैं इत्थे कैलगरी मैकॉल विचों इंडिपेंडेंट कैंਡੀਡੇਟ एज एन इंडिपेंडेंट कैंਡੀਡੇਟ रन कर रहा। कैलगरी च रहिंदे कोई ऑलमोस्ट 30 साल हो गए मैनू, तो ये मोस्टली जी मेरी लाइफ है इत्थे कैलगरी च ही है। तो नॉर्थ ईस्ट नाल मेरा बड़ा पुराना तल्लक है, जिवें कि सब तो पहले जिहड़े साडे ਤੁਸੀਂ ਤਾਂ ਸ਼ਾਇਦ ਪੈਦਾ ਵੀ ਨਾ ਹੋਏ ਹੋਵੋ ਉਦੋਂ, ਅਤੇ ਉਸ ਵੇਲੇ ਜਿਹੜੇ ਸਾਡੇ MLA ਬਣੇ ਸੀ ਹੈਰੀ ਸੋਹਲ ਸਾਹਿਬ, ਰੈਸਟ ਇਨ ਪੀਸ, ਹੀ ਪਾਸਡ ਅਵੇ ਵਾਈਲ ਹੀ ਵਾਜ਼ MP। ਅਤੇ ਮੈਂ ਉਦੋਂ ਦਾ ਹੀ ਇਹਦੇ ਵਿੱਚ ਕੈਲਗਰੀ ਮੈਕੌਲ ਦੇ ਵਿੱਚ ਇਨਵੋਲਵ ਹੋਇਆ। ਹੀ ਵਾਜ਼ ਅ ਗੁੱਡ ਫਰੈਂਡ ਐਂਡ ਵੰਡਰਫੁਲ ਮੈਨ। ਅਤੇ ਉਹਦੇ ਨਾਲ ਫਿਰ ਆਹਿਸਤਾ ਜੋ ਵੀ ਸ਼ਿਰਾਜ਼ ਸ਼ਰੀਫ ਆਏ ਉਹਨਾਂ ਦੇ ਨਾਲ ਲੱਗੇ ਰਹੇ, ਫਿਰ ਦਰਸ਼ਨ ਕੰਗ ਆਏ, ਅਸੀਂ ਇਨਵੋਲਵ ਰਿਹਾ ਮੈਂ ਕਾਫੀ ਕੈਲਗਰੀ ਮੈਕੌਲ ਦੇ ਵਿੱਚ। ਫਿਰ ਤੁਹਾਨੂੰ ਪਤਾ ਕਿ ਮੈਂ ਕਾਫੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਵੀ ਹੈਗਾ ਇਨਵੋਲਵ, ਜਿਹਦੇ ਵਿੱਚ ਕਨਸਰਟ ਹੋ ਗਿਆ, ਆਪਣੇ ਪ੍ਰੋਗਰਾਮ ਹੋ ਗਏ, ਰਿਲੀਜੀਅਸ ਪ੍ਰੋਗਰਾਮ ਹੋ ਗਏ। ਅਤੇ ਇਹਦੇ ਨਾਲ ਕੈਲਗਰੀ ਮੈਕੌਲ ਨਾਲ ਮੇਰਾ ਬੜਾ ਪੁਰਾਣਾ ਤਾਲੁਕ ਹੈਗਾ। ਹਾਂਜੀ, ਠੀਕ ਹੈ ਜੀ। ਅਤੇ ਇੱਕ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਜੀ ਬਰਹਾਨ ਖਾਨ ਜੀ, ਤੁਸੀਂ ਇਸ ਇਲੈਕਸ਼ਨ ਵਿੱਚ ਇੰਡੀਪੈਂਡੈਂਟ ਕੈਂਡੀਡੇਟ ਫਾਈਟ ਕਰ ਰਹੇ ਹੋ ਇਲੈਕਸ਼ਨ ਜੀ। ਜੇ ਆਪਾਂ ਹਿਸਟਰੀ ਵੇਖੀਏ ਤਾਂ ਅਲਬਰਟਾ 'ਚ ਸ਼ਾਇਦ ਇੱਕ ਇੰਡੀਪੈਂਡੈਂਟ ਕੈਂਡੀਡੇਟ ਕਦੀ ਵੀ ਨਹੀਂ ਜਿੱਤਿਆ, ਅਤੇ ਮੈਕੌਲ ਉਸ ਤੋਂ ਬਾਅਦ ਵੈਰੀ ਟਫ ਰਾਈਡਿੰਗ ਹੈ ਨਾ, ਖਾਸ ਕਰਕੇ ਜਿੱਥੇ ਆਪਣੇ ਭਾਈਚਾਰੇ ਦੇ ਲੋਕ ਜ਼ਿਆਦਾ ਹੋਣ ਇੰਡੀਅਨ ਪਾਕਿਸਤਾਨ ਤੋਂ, ਕਿਉਂਕਿ ਆਪਣੇ ਆਂਦੇ ਹੁੰਦੇ ਕਹਾਵਤ ਹੈ ਕਿ ਹਰ ਘਰ ਹੀ ਪੋਲੀਟੀਸ਼ੀਅਨ ਹੁੰਦਾ। ਸੋ ਇੰਨੇ ਜ਼ਿਆਦਾ ਪੋਲੀਟੀਸ਼ੀਅਨ ਜਿੱਥੇ ਹੈਗੇ ਨੇ ਜਿਹੜੇ ਏਰੀਏ ਵਿੱਚ, ਉੱਤੋਂ ਹੁਣ ਬਰਹਾਨ ਖਾਨ ਜੀ ਇੰਡੀਪੈਂਡੈਂਟ ਖੜੇ ਆ। ਕੀ ਚੱਲ ਰਿਹਾ ਤੁਹਾਡੇ ਮਾਈਂਡ 'ਚ? ਵਾਟ ਯੂ ਥਿੰਕ ਹਾਊ ਯੂ ਗੋਇੰਗ ਟੂ ਵਿਨ ਦਿਸ ਇਲੈਕਸ਼ਨ? ਉਹਦੇ 'ਚ ਇਹ ਕਿ ਪਤਾ ਕੀ ਗੱਲ ਹੈਗੀ, ਤੁਸੀਂ ਬਿਲਕੁਲ ਠੀਕ ਕੀਤਾ। ਕੈਲਗਰੀ ਮੈਕੌਲ ਇੱਕ ਐਸੀ ਰਾਈਡਿੰਗ ਹੈਗੀ ਹੈ ਕਿ ਜਿਹਦੇ ਵਿੱਚ ਨਾ ਪੋਲੀਟੀਕਲ ਅਵੇਅਰਨੈਸ ਅਤੇ ਡੈਮੋਕ੍ਰੈਟਿਕਲੀ ਅਸੀਂ ਬੜੇ ਮੈਚਿਓਰ ਲੋਕ ਹੈਗੇ ਹਾਂ। ਉਹਦੇ 'ਚ ਭਾਵੇਂ ਤੁਸੀਂ ਇੰਡੀਆ ਤੋਂ ਆਏ ਹੋਵੋ, ਤੁਸੀਂ ਬੰਗਲਾਦੇਸ਼ ਤੋਂ, ਸ੍ਰੀਲੰਕਾ ਤੋਂ, ਪਾਕਿਸਤਾਨ ਤੋਂ, ਆਲਦੋ ਵੀ ਹੈਡ ਲਾਟ ਆਫ ਪ੍ਰੋਬਲਮ ਬੈਕ ਹੋਮ, ਮਗਰ ਇਹ ਕਿ ਸਾਡੀ ਟ੍ਰੇਨਿੰਗ, ਜਿਸ ਤਰ੍ਹਾਂ ਤੁਸੀਂ ਕਹਿਣਾ ਕਿ ਜਮਾਂਦਰੂ ਹੀ ਅਸੀਂ ਪੋਲੀਟੀਸ਼ੀਅਨ ਹੁੰਦੇ ਹਾਂ। ਅਤੇ ਉਹਦੇ ਵਿੱਚ ਇਹ ਹੈਗਾ ਕਿ ਐਜ਼ ਵਾਈ ਇੰਡੀਪੈਂਡੈਂਟ ਦਾ ਜੀ ਕਿ ਜਿਹੜੀ ਪਾਰਟੀਜ਼ ਹੈ ਨਾ, ਉਹ ਪਾਰਟੀਜ਼ ਦਾ ਆਪਣਾ ਮੈਨੀਫੈਸਟੋ ਹੁੰਦਾ, ਉਹਨਾਂ ਦਾ ਆਪਣਾ ਜਿਹੜਾ ਹੈ ਉਹਨਾਂ ਦਾ ਰੂਲਸ ਐਂਡ ਰੈਗੂਲੇਸ਼ਨ ਹੁੰਦੇ, ਅਤੇ ਯੂ ਹੈਵ ਅ ਸਟਰਿੰਗ ਅਟੈਚ ਫਰਮ ਦ ਪਾਰਟੀ। ਅਤੇ ਉਹਦੇ ਵਿੱਚ ਜਿਹੜਾ ਦੇਖਿਆ ਗਿਆ ਕਿ ਨੇ ਤੁਸੀਂ ਕੁਝ ਜ਼ਿਆਦਾ ਕਰ ਨਹੀਂ ਸਕਦੇ ਐਜ਼ ਅ ਪਾਰਟੀ ਵਰਕਰ, ਉਹ ਪਾਰਟੀ ਦੀ ਜਿਹੜੀ ਪੋਲਿਸੀਜ਼ ਹੈਗੀ ਆ ਉਹਦੇ ਵਿੱਚ ਹੀ ਕਰਨਾ। ਕੈਲਗਰੀ ਮੈਕੌਲ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਕਿ ਇੱਥੇ ਜੀ ਇਮੀਗ੍ਰੈਂਟ ਨੇ, ਇਹ ਲੜਦੇ ਭਿੜਦੇ ਰਹਿੰਦੇ ਆਪਸ ਦੇ ਵਿੱਚ, ਮਗਰ ਇਹ ਕਿ ਉਹ ਤਵੱਜਾ ਨਹੀਂ ਦਿੱਤੀ ਜਾਂਦੀ ਜਿਹੜੀ ਦੇਣੀ ਚਾਹੀਦੀ ਸੀ। ਐਜ਼ ਐਨ ਇੰਡੀਪੈਂਡੈਂਟ ਯੂ ਹੈਵ ਅ ਸੇ, ਕਿਉਂ ਕਿ ਤੁਹਾਡੇ ਨਾਲ ਕੋਈ ਸਟਰਿੰਗ ਅਟੈਚ ਨਹੀਂ ਹੈਗੀ। ਅਤੇ ਜਿਵੇਂ ਮੈਂ ਹੈਗਾ ਕਿ ਮੈਨੂੰ ਸਾਰਿਆਂ ਨੂੰ ਮੇਰਾ ਭਾਈਚਾਰਾ ਸਾਰਿਆਂ ਨਾਲ ਮਿਲਨੇ ਆ, ਸੋ ਉਹਦੇ 'ਚ ਭਾਵੇਂ ਸਿੱਖ ਹੋਣ, ਪਾਕਿਸਤਾਨੀ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਕ੍ਰਿਸਚਨ ਹੋਣ, ਜਾਂ ਜਿਹੜੇ ਆਪਣੇ ਗੋਰੇ ਆ ਉਹ ਹੋਣ, ਉਹਦੇ ਵਿੱਚ ਮੇਰਾ ਤਾਂ ਸਾਰਿਆਂ ਨਾਲ ਉੱਠਣ ਬੈਠਣ ਹੈਗਾ। ਅਤੇ ਮੈਂ ਆਈ ਫੀਲ ਮਾਈ ਸੈਲਫ ਐਜ਼ ਅ ਮੋਰ ਆਫ ਅ ਕੈਨੇਡੀਅਨ ਦੈਨ ਪਾਕਿਸਤਾਨੀ। ਅਤੇ ਉਹਦੇ ਵਿੱਚ ਇਹ ਹੈਗਾ ਕਿ ਐਜ਼ ਐਨ ਇੰਡੀਪੈਂਡੈਂਟ ਯੂ ਹੈਵ ਅ ਲੋਟ ਟੂ ਸੇ, you can say whatever you want to say and you can ask whatever you want to ask। ਹੁਣ ਜਿਵੇਂ ਹੈਗਾ ਕਿ ਪਾਰਟੀ ਪੋਲਿਸੀਜ਼ ਹੈਗੀਆਂ ਡਿਫਰੈਂਟ ਚੀਜ਼ਾਂ ਦੇ ਉੱਤੇ, ਡਿਫਰੈਂਟ ਪੋਲਿਸੀਜ਼, ਅਤੇ ਉਹਦੇ ਵਿੱਚ ਮੇਰੇ ਕੋਲ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਅਤੇ ਮੇਰੇ ਕੋਲ ਇੰਨਾ ਬੇਸ ਹੈਗਾ, ਸਾਰੇ ਜਾਣਦੇ ਨੇ ਮੈਨੂੰ ਆਲਮੋਸਟ, ਭਾਵੇਂ ਪੰਜਾਬੀ ਕਮਿਊਨਿਟੀ ਹੋਵੇ ਜਾਂ ਪਾਕਿਸਤਾਨੀ ਕਮਿਊਨਿਟੀ ਹੋਵੇ ਜਾਂ ਗੋਰਾ ਕਮਿਊਨਿਟੀ ਹੋਵੇ, ਉਹਦੇ ਵਿੱਚ ਮੇਰੀ ਇੰਨੀ ਕੁ ਵਾਕਫੀਅਤ ਹੈ ਕਿ ਮੈਂ ਇਹ ਸੀਟ ਪੁੱਲ ਕਰ ਲਾਂਗਾ। ਪਰ ਜਿਹੜਾ ਮੇਰਾ ਕੁਐਸਚਨ ਸੀ ਕਿ ਜੇ ਆਪਾਂ ਹਿਸਟਰੀ ਵੇਖੀਏ ਅਲਬਰਟਾ ਦੀ, ਕਦੇ ਵੀ ਇੰਡੀਪੈਂਡੈਂਟ ਕੈਂਡੀਡੇਟ ਨਹੀਂ ਜਿੱਤਿਆ, ਅਤੇ ਤੁਹਾਡੀ ਕੀ ਪਲਾਨਿੰਗ ਹੈ? ਹਾਊ ਯੂ ਥਿੰਕ ਕਿ ਤੁਸੀਂ ਅਫਕੋਰਸ ਯੂ ਹੈਵ, ਤੁਹਾਡਾ ਪਲਾਨ ਹੋਊਗਾ ਕਿ ਮੈਂ ਰਾਈਡਿੰਗ ਜੇ ਕਿੱਦਾਂ ਜਿੱਤੂੰਗਾ, ਸੋ ਵਾਟ ਯੂ ਥਿੰਕ? ਕਿਉਂਕਿ ਜੇ ਆਪਾਂ ਵੇਖੀਏ ਐਵਰੀ ਪਾਰਟੀ, ਹਰ ਪਾਰਟੀ ਦੇ ਇੱਥੇ ਕੈਂਡੀਡੇਟ ਹੈਗੇ ਨੇ, ਹੈ ਨਾ, ਕਿਉਂਕਿ ਕਾਫੀ ਦੂਜੀਆਂ ਰਾਈਡਿੰਗਾਂ ਅਲਬਰਟਾਸ ਹੈਗੀਆਂ ਜਿੱਥੇ ਸ਼ਾਇਦ 2 ਪਾਰਟੀ ਦੇ ਕੈਂਡੀਡੇਟ ਨੇ, ਕਿਤੇ 3 ਦੇ ਨੇ, ਰਾਈਟ। ਅਤੇ ਪਰ ਆਈ ਥਿੰਕ ਮੈਕੌਲ 'ਚ ਹੁਣ ਆਪਣੇ ਕੋਲ 5 ਜਾਂ 6 ਕੈਂਡੀਡੇਟ ਨੇ। ਜਿਹੜਾ ਮੈਨੂੰ ਪਤਾ 5 ਹੈ ਮੇਰਾ ਖਿਆਲ। ਹਾਂਜੀ। ਅਤੇ ਹਾਊ ਯੂ ਥਿੰਕ ਯੂ ਆਰ ਗੋਇੰਗ ਟੂ ਵਿਨ? ਤੁਸੀਂ ਕਿੱਦਾਂ ਇਲੈਕਸ਼ਨ ਜਿੱਤੋਗੇ?
ਦੇਖੋ ਜੀ ਗੱਲ ਹੈ ਕਿ ਹਿਸਟਰੀ ਨਾ ਕਦੀ ਕੋਈ ਪਹਿਲੀ ਵਾਰੀ ਚੀਜ਼ ਤੇ ਹੁੰਦੀ ਹੈ ਤੇ ਅਸੀਂ ਜਿਹੜੇ ਆ ਨਾ ਸਾਊਥ ਏਸ਼ੀਅਨ ਅਸੀਂ ਹਿਸਟਰੀ ਬਣਾਉਣ ਵਿੱਚ ਮਤਲਬ ਨਾ ਕਿ ਆਲਵੇਜ਼ ਅ ਪਾਇਨੀਅਰ ਹੈਗੇ ਆ। ਹੈਰੀ ਸੋਹਲ ਪਹਿਲਾ ਈਸਟ ਇੰਡੀਅਨ MLA, ਦੈਟਸ ਰਾਈਟ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਸਾਡਾ ਮਿਨਿਸਟਰ ਸਾਹਿਬ ਨੇ ਭੁੱਲਰ ਸਾਹਿਬ, ਹੀ ਇਜ਼ ਦੀ ਸਟੇਟ ਮਿਨਿਸਟਰ ਰਾਈਟ ਨਾਓ। ਤੇ ਅਸੀਂ ਮਤਲਬ ਕਿ ਵੀ ਆਰ ਵੈਰੀ ਮੈਚਿਓਰ ਤੇ ਹਿਸਟਰੀ ਤਾਂ ਕਦੀ ਬਣਨੀ ਹੈ ਨਾ। ਹਾਂਜੀ। ਤੇ ਇਹਦੇ ਵਿੱਚ ਇਹ ਨਹੀਂ ਕਿ ਇੰਡੀਪੈਂਡੈਂਟ ਹੁਣ ਜਿੱਥੋਂ ਪਾਕਿਸਤਾਨ ਜਾਂ ਇੰਡੀਆ ਦੇਖੋ ਤੁਸੀਂ ਉੱਥੇ ਇੰਡੀਪੈਂਡੈਂਟ ਕੈਂਡੀਡੇਟ ਜਿਹੜੇ ਨਾ ਉਹ ਬੜਾ ਕੀ ਰੋਲ ਪਲੇ ਕਰਦੇ ਆ ਪੋਲਿਟਿਕਸ ਦੇ ਵਿੱਚ। ਤੇ ਇਹੀਓ ਮੈਂ ਐਕਸਪੈਕਟ ਕਰ ਰਿਹਾ ਕਿ ਅਸੀਂ ਕੀ ਰੋਲ ਕਰਾਂਗੇ ਤੇ ਹਿਸਟਰੀ ਤੇ ਕਦੀ ਨਾ ਕਦੀ ਬਣਨੀ ਹੈ ਨਾ ਤੇ ਵਾਈ ਨਾਟ ਨਾਓ। ਯੂ ਆਰ ਰਾਈਟ, ਆਈ ਐਗਰੀ ਵਿਥ ਯੂ। ਤੇ ਇੱਥੇ ਮੇਰਾ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਕੁਐਸਚਨ ਆ, ਤੁਸੀਂ ਕਿਹੜੀ ਪਾਰਟੀ ਦੀ ਪਾਲਿਸੀਜ਼ ਫੋਲੋ ਕਰਦੇ ਜੋ ਔਰ ਜਾਂ ਤੁਹਾਡੀ ਪਾਲਿਸੀਜ਼ ਕੀ ਨੇ ਐਜ਼ ਇੰਡੀਪੈਂਡੈਂਟ ਕੈਂਡੀਡੇਟ? ਮੇ ਬੀ ਤੁਹਾਨੂੰ ਟਾਈਮ ਨਾ ਮਿਲਿਆ ਸਾਰੀ ਪਾਲਿਸੀਜ਼ ਤੇ ਵਰਕ ਕਰਨ ਨੂੰ, ਸੋ ਕਿਹੜੀ ਪਾਰਟੀ ਦੀ ਪਾਲਿਸੀ ਤੁਸੀਂ ਫੋਲੋ ਕਰਦੇ ਨੇ ਔਰ ਵਾਟ ਇਜ਼ ਯੂਰ ਪਾਲਿਸੀਜ਼? ਦੇਖੋ ਜੀ ਗੱਲ ਹੈ ਕਿ ਪਾਰਟੀ ਪਾਲਿਸੀਜ਼ ਜਿਹੜੀਆਂ ਨਾ ਉਹਨਾਂ ਦੀਆਂ ਆਪਣੀਆਂ ਹੁੰਦੀਆਂ ਨੇ ਕਿ ਮੈਂ PC ਪਾਰਟੀ ਨਾਲ ਕਾਫੀ ਅਰਸੇ ਤੋਂ ਰਿਹਾ ਤੇ PC ਮਤਲਬ ਹੈ ਕਿ PC ਪਾਰਟੀ ਦੀ ਪਾਲਿਸੀਜ਼ ਜਿਹੜੀਆਂ ਨੇ ਉਹ ਕਾਫੀ ਮਿਲਦੀਆਂ ਜੁਲਦੀਆਂ ਨੇ ਸਾਡੇ ਜਿਹੜਾ ਕਲਚਰ ਆ, ਸਾਡੀ ਜਿਹੜੀ ਵੈਲਿਊਜ਼ ਨੇ ਉਹਦੇ ਨਾਲ, ਜਾਂ ਫਿਰ ਵਾਈਲਡ ਰੋਜ਼ ਆ। ਤੇ ਈਵਨ ਲਿਬਰਲ ਵੀ ਉਹ ਕਹਿੰਦੇ ਨੇ ਕਿ ਇਟਸ ਅ ਡਿਫਰੈਂਟ ਕਲਰ ਸੇਮ। ਤੇ ਮੇਰੀ ਜਿਹੜੀ ਪਾਲਿਸੀਜ਼ ਨੇ ਨਾ ਉਹ ਉਹੀਓ ਨੇ ਕਿ ਜਿਹੜੀਆਂ ਸਾਡੀ ਆਪਣੀ ਵੈਲਿਊਜ਼ ਨੇ ਸਾਊਥ ਏਸ਼ੀਅਨ ਦੀ, ਭਾਵੇਂ ਤੁਸੀਂ ਇੰਡੀਆ ਤੋਂ ਆਓ ਜਾਂ ਪਾਕਿਸਤਾਨ ਤੋਂ, ਸਾਡੀ ਵੈਲਿਊਜ਼ ਉਹ ਨੇ। ਤੇ ਉਹੀ ਮੇਰੀ ਪਾਲਿਸੀ ਹੈ ਕਿ ਜੀ ਆਪਣੀ ਜਿੰਨੀ ਚਾਦਰ ਹੈ ਉਨੇ ਪੈਰ ਫੈਲਾਓ, ਜਿੰਨਾ ਅਸੀਂ ਕਮਾ ਸਕਦੇ ਹਾਂ ਉਨਾ ਹੀ ਖਰਚ ਕਰੋ, ਆਪਣੇ ਤੋਂ ਜ਼ਿਆਦਾ ਨਾ ਕਰੋ। ਬਾਕੀ ਹੈ ਕਿ ਆਪਣੀ ਜਿਹੜੀ ਪਰੰਪਰਾ ਹੈਗੀ ਹੈ, ਸਾਡੇ ਜਿਹੜੇ ਐਲਡਰਸ ਨੇ ਉਹਨਾਂ ਦੀ ਲੁੱਕ ਆਫਟਰ ਕਰੋ। ਇੱਕ ਦੀ ਚੀਜ਼ਾਂ ਦੋ ਤਿੰਨ ਚੱਲ ਰਹੀਆਂ ਨੇ ਕਿ ਜੀ ਅਸੀਂ ਸੀਨੀਅਰ ਸਿਟੀਜ਼ਨ, ਮਗਰ ਕਿ ਸਾਡਾ ਸੀਨੀਅਰ ਸਿਟੀਜ਼ਨ ਹੋਮ ਬਣਾਵਾਂਗੇ, ਮਗਰ ਇਹ ਕਿ ਸਾਡਾ ਕਲਚਰ ਐਸਾ ਹੈਗਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਬਜ਼ੁਰਗ ਆ ਉਹ ਜਾ ਕੇ ਤੇ ਸੀਨੀਅਰ ਹੋਮ ਦੇ ਵਿੱਚ ਰਹਿਣ। ਦੂਜੇ ਨੰਬਰ ਦੇ ਉੱਤੇ ਬੱਚਿਆਂ ਦੀ ਲੁੱਕ ਆਫਟਰ ਕਰੀਏ, ਜਿਸ ਵੇਲੇ ਬੱਚਿਆਂ ਦੇ ਵਿੱਚ ਅਸੀਂ ਇਨਵੈਸਟਮੈਂਟ ਕਰਦੇ ਹਾਂ ਕਿ ਜੀ ਉਹਨਾਂ ਨੂੰ ਚੰਗੀ ਪੜ੍ਹਾਈ ਹੋਵੇ, ਉਹਦੇ ਵਿੱਚ ਸਕੂਲ ਹੋਣ। ਤੇ ਮੇਰੀ ਪਾਲਿਸੀਜ਼ ਇਹ ਤਿੰਨ ਮੇਰੀਆਂ ਪਾਲਿਸੀਜ਼ ਨੇ ਜਿਹਦੇ 'ਚ ਮੈਂ ਕੰਮ ਕਰਨਾ। ਇੱਕ ਤੇ ਸੀਨੀਅਰਸ ਵਾਸਤੇ ਜਿਹੜਾ ਨਾ ਕਿ ਸਾਨੂੰ ਮੋਸਟ ਵੈਰੀ ਅਰਜੈਂਟਲੀ ਵੀ ਨੀਡ ਮੈਡੀਕਲ ਸੈਂਟਰਸ ਇਨ ਕੈਲਗਰੀ ਮੈਕੌਲ, ਕਿਉਂਕਿ ਤੁਹਾਡੇ ਹੁਣ ਸਾਡੀ ਪਾਪੂਲੇਸ਼ਨ ਏਜਿੰਗ ਹੋ ਰਹੀ ਹੈ ਤੇ ਉਹਦੇ ਵਿੱਚ ਕਾਫੀ ਪ੍ਰੋਬਲਮ ਹੁੰਦੀ। ਤੇ ਜੇ ਕਿਸੇ ਬਜ਼ੁਰਗ ਨੂੰ ਵਿਚਾਰੇ ਨੂੰ ਡਾਇਬਟੀਜ਼ ਦਾ ਮਸਲਾ ਜਾਂ ਕੋਈ ਐਵੇਂ ਨਾਰਮਲ ਜਾਂ ਉਹਨੂੰ ਅਪਾਇੰਟਮੈਂਟ ਨਹੀਂ ਮਿਲਦੀ ਡਾਕਟਰ ਕੋਲੋਂ, ਤੇ ਜੇ ਐਮਰਜੈਂਸੀ ਜਾਏਗਾ ਉੱਥੇ 4 ਘੰਟੇ ਉਹਨੂੰ ਵੇਟ ਕਰਨਾ ਪਏਗਾ। ਅਸੀਂ ਚਾਹੁੰਦੇ ਹਾਂ ਕਿ ਇੱਥੇ ਘੱਟੋ ਘੱਟ 3 ਐਸੇ ਸੈਂਟਰ ਬਣਾਏ ਜਾਣ ਜਿਹਦੇ ਵਿੱਚ ਤੁਹਾਨੂੰ ਕੁਇਕ ਸਰਵਿਸ ਮਿਲੇ। ਤੁਸੀਂ ਜਾਓ ਉੱਥੇ, ਕੋਈ ਛੋਟਾ ਮੋਟੀ ਇੰਜਰੀ ਹੋ ਗਈ ਆ ਉਹਦੇ ਵਿੱਚ ਹੋ ਜਾਏ। ਸਾਡੀ ਲੇਡੀਜ਼ ਆ ਉਹਦੇ ਵਾਸਤੇ ਖਾਸ ਤੌਰ 'ਤੇ ਸਾਡੀ ਲੇਡੀਜ਼ ਕੰਫਰਟੇਬਲ ਨਹੀਂ ਹੁੰਦੀਆਂ ਬੰਦੇ ਨਾਲ ਗੱਲ ਕਰਨ ਦੀ ਆਪਣੀ ਬਿਮਾਰੀਆਂ ਦੀ। ਸਾਡੇ ਇੱਕ ਹੋਰ ਮਸਲਾ ਸਾਡਾ ਹੈਗਾ ਕਿ ਸਾਡੇ ਇਮੋਸ਼ਨਲ ਪ੍ਰੋਬਲਮ ਬਹੁਤ ਜ਼ਿਆਦਾ ਨੇ, ਡਿਪਰੈਸ਼ਨ ਵਗੈਰਾ ਦਾ ਮਸਲਾ। ਉਹਦੇ ਵਾਸਤੇ ਅਸੀਂ ਆਪਣੇ ਜਿਹੜੇ ਐਸੇ ਲੋਕ ਹੋਣ ਜਿਹੜੀ ਸਾਡੀ ਜ਼ੁਬਾਨ ਬੋਲਣ। ਇੱਕ ਤੇ ਇਹ ਚੀਜ਼ ਆ। ਐਜੂਕੇਸ਼ਨ ਨੰਬਰ 1 ਉਹਦੇ ਵਿੱਚ ਇਹ ਹੈ ਕਿ ਸਾਨੂੰ ਇੱਥੇ ਡੈਸਪਰੇਟਲੀ ਵੀ ਨੀਡ ਅ ਗੁੱਡ ਹਾਈ ਸਕੂਲ ਕੈਲਗਰੀ ਮੈਕੌਲ ਦੇ ਵਿੱਚ, ਕਿਉਂਕਿ ਪਾਪੂਲੇਸ਼ਨ ਬੜੀ ਰੈਪਿਡਲੀ ਵੱਧਦੀ ਜਾ ਰਹੀ ਹੈ। ਤੇ ਉਸ ਸਕੂਲ ਦੇ ਵਿੱਚ ਜਿਹੜਾ ਨਾ ਕਿ ਅਸੀਂ ਤਰੀਕਾਕਾਰ ਇਹ ਰੱਖੀਏ ਕਿ ਉਹਦੇ ਵਿੱਚ ਅਸੀਂ ਆਪਣੇ ਜਿਹੜੇ ਯੂਥ ਆ, ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਹੈ ਕੈਲਗਰੀ ਮੈਕੌਲ ਦੇ ਵਿੱਚ, ਯੂਥ ਜਿਹੜੇ ਨਾ ਉਹ ਬਹੁਤ ਜ਼ਿਆਦਾ ਮਤਲਬ ਡਿਸਟਰਬ ਹੁੰਦੇ ਜਾ ਰਹੇ ਨੇ। ਨਾਟ ਆਲ ਆਫ ਦਮ ਬਟ ਵੈਰੀ ਮਾਈਨੋਰਿਟੀ, ਅਸੀਂ ਉਹਨੂੰ ਵੀ ਰੋਕ ਸਕਦੇ। ਤੇ ਬਾਕੀ ਜਿਹੜੀ ਲਾਸਟ ਥਿੰਗ ਹੈਗੀ ਕਿ ਸੇਫ ਕਮਿਊਨਿਟੀਜ਼। ਤੇ ਉਹਦੇ ਵਾਸਤੇ ਅਸੀਂ ਕੁਝ ਐਸਾ ਕਰੀਏ ਕਿ ਔਨ ਗੋਇੰਗ ਰੈਗੂਲਰ ਸੈਮੀਨਾਰਸ, ਰੈਗੂਲਰ ਐਜੂਕੇਸ਼ਨਲ ਪ੍ਰੋਗਰਾਮ ਜਿਹਦੇ ਵਿੱਚ ਬੰਦਿਆਂ ਨੂੰ ਇਨਵੋਲਵ ਕਰਕੇ ਤੇ ਸੇਫ ਕਮਿਊਨਿਟੀਜ਼, ਕਿਉਂਕਿ ਸਾਡਾ ਭਾਈਚਾਰੇ ਵਾਲੀ ਇੱਕ ਕਮਿਊਨਿਟੀ ਹੈ ਜਿੱਥੋਂ ਅਸੀਂ ਆਉਂਦੇ ਹੈਗੇ ਹਾਂ ਕਿ ਵੀ ਆਲਵੇਜ਼ ਕਿ ਤੁਹਾਨੂੰ ਗਲੀ ਦੇ ਵਿੱਚ ਕੋਈ ਨਵਾਂ ਬੰਦਾ ਆਉਂਦਾ ਤੇ ਉਹ ਬਜ਼ੁਰਗ ਬਾਹਰ ਬੈਠੇ ਹੁੰਦੇ, ਉਹ ਪੁੱਛਦੇ ਹਾਂ ਵੀ ਕੌਣ ਹੈ, ਕਿਹਦੇ ਗੱਲ ਜਾਣਾ। ਦਿਸ ਇਜ਼ ਹਾਊ ਵੀ ਕੀਪ ਐਨ ਆਈ ਔਨ ਇਟ। ਤੇ ਇਸ ਤਰ੍ਹਾਂ ਦੀ ਕੋਈ ਸਿਸਟਮ ਵਾਪਸ ਲਿਆ ਜਾਏ ਐਂਡ ਇਟ ਵਰਕਸ। ਤੇ ਇਹ 3 ਚੀਜ਼ਾਂ ਨੇ ਜਿਹਦੇ ਉੱਤੇ ਮੈਂ ਕੰਮ ਕਰਨਾ ਤੇ ਆਪਣਾ ਬਾਕੀ ਜਿਹੜਾ ਓਵਰਆਲ ਹੈਗੀ ਹੈ ਕਿ ਇਕਨੋਮਿਕਲੀ ਇਹਨੂੰ ਵਾਇਬਲ ਹੋਣਾ ਚਾਹੀਦਾ ਕੈਲਗਰੀ ਮੈਕੌਲ ਨੂੰ। ਇਹਦੇ ਵਿੱਚ ਰੈਪਿਡ ਜਿਹੜੀ ਸਰਵਿਸਿਜ਼ ਨੇ ਉਹ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾਣ। ਓਕੇ ਸਰ, 2-3 ਕੁਐਸਚਨ ਤੁਹਾਡੀ ਗੱਲਾਂ 'ਚ ਹੀ ਮੇਰੇ ਦਿਮਾਗ 'ਚ ਆ ਰਹੇ ਨੇ। ਨੰਬਰ 1 ਤੁਸੀਂ ਕਿਹਾ ਕਿ ਮੈਂ PC ਪਾਰਟੀ ਨਾਲ ਕਾਫੀ ਚਿਰ ਤੋਂ ਜੁੜਿਆ ਹੋਇਆ ਸੀ, ਫਿਰ ਤੁਸੀਂ ਹੁਣ PC ਪਾਰਟੀ ਤੋਂ ਕਿਉਂ ਨਹੀਂ ਇਲੈਕਸ਼ਨ ਲੜ ਰਹੇ?
ਜਾਂ ਮਤਲਬ ਕਿ ਤੁਸੀਂ ਐਜ਼ ਇੰਡੀਪੈਂਡੈਂਟ ਕਿਉਂ ਲੜ ਰਹੇ ਹੋ? ਦੇਖੋ ਜੀ, ਪੀਸੀ ਪਾਰਟੀ ਥੋੜੀ ਜੀ ਗ੍ਰੀਵੈਂਸਿਸ ਸਾਨੂੰ ਹੈਗੀ ਪੀਸੀ ਪਾਰਟੀ ਨਾਲ, ਖਾਸ ਤੌਰ ਤੇ ਪਾਕਿਸਤਾਨੀ ਕੈਲਗਰੀਅਨ ਨੂੰ, ਠੀਕ ਹੈ। ਤੇ ਮੈਂ ਬੜਾ ਫਰੈਂਕਲੀ ਬੋਲਣਾ ਹੁੰਦਾ ਤੇ ਇਹਦੇ ਵਿੱਚ ਮੇਰੀ ਕੋਈ ਲਾਗ ਲਪੇਟ ਵਾਲੀ ਗੱਲ ਨਹੀਂ ਹੈਗੀ। ਪੀਸੀ ਪਾਰਟੀ ਦਾ ਸਾਡਾ ਇੱਕ ਕੈਂਡੀਡੇਟ ਸੀ, ਪਹਿਲੇ ਅਸੀਂ 4 ਕੈਂਡੀਡੇਟ ਖੜੇ ਸੀ ਪਾਕਿਸਤਾਨੀ ਕਮਿਊਨਿਟੀ ਵਿੱਚੋਂ, ਤੇ ਫਿਰ ਪੀਸੀ ਪਾਰਟੀ ਨੂੰ ਇੱਕ ਕੰਸਰਨ ਸੀ ਕਿ 16 ਬੰਦੇ ਖੜੇ ਹੋ ਗਏ ਕੈਲਗਰੀ ਮਕਾਲ ਵਿੱਚੋਂ ਕਿ ਜੀ ਉਹ ਕਿਵੇਂ ਉਹਨੂੰ ਹੈਂਡਲ ਕਰਨਗੇ, ਕੀ ਚੀਜ਼ਾਂ। ਤੇ ਫਿਰ ਅਸੀਂ ਬੈਠ ਕੇ ਸਾਰੇ ਜਿਹੜੇ ਬਜ਼ੁਰਗ ਆ ਉਹਨਾਂ ਨੇ, ਕਮਿਊਨਿਟੀ ਜਿਹੜੇ ਐਲਡਰਸ ਆ ਉਹਨਾਂ ਨੇ ਬੈਠ ਕੇ ਡਿਸਾਈਡ ਕੀਤਾ ਕਿ ਇੱਕ ਬੰਦਾ ਆਵੇ ਜਿਹੜਾ ਸਟਰੋਂਗ ਕੈਂਡੀਡੇਟ ਹੋਵੇ। ਅਸੀਂ ਉਹਦੇ ਵਾਸਤੇ ਮੁਹੰਮਦ ਰਸ਼ੀਦ ਸਾਹਿਬ ਦਾ ਨਾਂ, ਉਹ 40 ਸਾਲ ਤੋਂ ਪੀਸੀ ਪਾਰਟੀ ਨਾਲ ਜੁੜੇ ਹੋਏ ਆ। ਫਿਰ ਇਲੈਕਸ਼ਨ ਦੇ ਵਿੱਚ ਗਿਆ, ਉਹਦੇ ਵਿੱਚ 5 ਕੈਂਡੀਡੇਟ ਸਨ, ਹਰ ਬੰਦਾ ਮਿਹਨਤ ਕਰ ਰਿਹਾ ਸੀ, ਮਗਰ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਅਸੀਂ ਉਹਦੇ ਨਾਲ ਸੈਟਿਸਫਾਈ ਨਹੀਂ ਹੈਗੇ। ਉਹਦੇ ਵਿੱਚ ਅਸੀਂ ਉਹਦੇ ਵਿੱਚ ਰੇਜ਼ ਵੀ ਕੀਤਾ ਰਸ਼ੀਦ ਸਾਹਿਬ ਨੇ, ਇੱਕ ਹੋਰ ਕੈਂਡੀਡੇਟ ਆ ਉਹਨਾਂ ਨੇ ਵੀ ਰੇਜ਼ ਕੀਤਾ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਵੀ ਰੇਜ਼ ਕੀਤਾ, ਉਹ ਵੀ ਲੌਂਗ ਟਰਮ ਪੀਸੀ ਪਾਰਟੀ ਮੈਂਬਰ, ਮਗਰ ਪਾਰਟੀ ਨੇ ਕੁਝ ਸੁਣਵਾਈ ਨਹੀਂ ਕੀਤੀ ਉਹਦੀ। ਤੇ ਉਹਦੇ ਵਿੱਚ ਅਸੀਂ ਬੜੇ ਡਿਸਟਰਬ, ਕਿਉਂਕਿ 40 ਸਾਲ ਤੁਹਾਡਾ ਇੱਕ ਰਿਸ਼ਤਾ ਹੋਵੇ ਤੇ ਇੱਕ ਤੁਹਾਨੂੰ ਕੰਪਲੇਨ ਹੋਵੇ ਤੇ ਤੁਹਾਨੂੰ ਜ਼ਾਹਿਰ ਹੈ ਤੁਸੀਂ ਉਹਨੇ ਇੱਕ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਚਲਾਉਂਦੇ ਹੋ, ਕਿਸੇ EMPLOYEE ਨੂੰ ਕੋਈ ਪ੍ਰੋਬਲਮ ਹੈਗੀ ਤੇ ਯੂ ਹੇਅਰ ਦੀ ਬੋਥ ਸਾਈਡ ਆਫ ਦਾ ਸਟੋਰੀ। ਤੇ ਵਿਦਿਨ 24 ਆਵਰ ਉਹਨਾਂ ਨੇ ਇਹ ਚੀਜ਼ ਦਾ ਡਿਸੀਜਨ ਦੇ ਦਿੱਤਾ, ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਉਹ ਗਲਤ ਡਿਸੀਜਨ ਹੈ। ਉਹਦੇ ਵਿੱਚ ਇਰੈਗੂਲਰਿਟੀਜ਼ ਹੋਈਆਂ ਨੇ, ਵੀਡੀਓ ਟੇਪਸ ਅਵੇਲੇਬਲ ਹੈ, ਮਗਰ ਪਾਰਟੀ ਦੇ ਜਿਹੜੇ ਬੈਰੋਕਰੇਟਸ ਆ ਉਹਨਾਂ ਨੇ ਇਹਨੂੰ ਬਿਲਕੁਲ ਕੰਨ ਨਹੀਂ ਧਰਿਆ ਤੇ ਸਾਨੂੰ ਕੱਢ ਕੇ ਤੇ ਬਾਹਰ ਕਰ ਦਿੱਤਾ। ਤੇ ਉਹਦੇ ਵਿੱਚ ਇਹ ਰਿਐਕਸ਼ਨ ਨਹੀਂ ਆਈ, ਕਿਉਂਕਿ ਮੇਰਾ ਪਹਿਲਾਂ ਵੀ ਪਲਾਨ ਸੀ ਕਿ ਮੈਂ ਇੰਡੀਪੈਂਡੈਂਟ ਆਵਾਂਗਾ, ਮਗਰ ਇਹ ਕਿ ਅਸੀਂ ਡਿਸਅਪੋਇੰਟਡ ਬਹੁਤ ਹੋਏ ਹਾਂ ਪਾਰਟੀ ਤੋਂ। ਤੇ ਜਿਹੜੀਆਂ ਅੱਜ ਕੱਲ੍ਹ ਚੀਜ਼ਾਂ ਚੱਲ ਰਹੀਆਂ, ਜਿੱਥੇ ਐਡਮਿੰਟਨ ਦੇ ਵਿੱਚ ਹੋਇਆ, ਇੱਕ ਮੁੰਡਾ ਹੈਗਾ ਜੇਮੀ ਲਾਲ, ਉਹਦੇ ਨਾਲ ਹੋਇਆ। ਤੇ ਫਿਰ ਅਸੀਂ ਜੇਮੀ ਲਾਲ ਬਾਈ ਦ ਵੇ ਹੂ ਇਜ਼ ਆਲਸੋ ਰਨਿੰਗ ਐਜ਼ ਐਨ ਇੰਡੀਪੈਂਡੈਂਟ। ਤੇ ਉਹਦੇ ਵਿੱਚ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਇਹ ਹੁਣ ਡਿਵਾਈਡ ਐਂਡ ਰੂਲ ਜਿਹੜਾ ਨਾ, ਇਹ ਕੰਮ ਖਤਮ ਹੋਣਾ ਚਾਹੀਦਾ। ਕਿ ਆਪਣੇ ਉਹ ਪਾਕਟ ਬਣਾ ਲੈਂਦੇ ਆ ਤੇ ਉਹਦੇ ਵਿੱਚ ਇਹ ਹੈ ਕਿ ਉਹ ਡਿਵਾਈਡ ਐਂਡ ਰੂਲ, ਕਿ ਤੁਸੀਂ ਜੀ ਇੱਧਰਲੇ ਪਾਸੇ ਦਿਓ ਪਾਕਿਸਤਾਨ ਵਾਲੇ, ਇੰਡੀਆ ਵਾਲੇ, ਉਹਦੇ ਵਿੱਚ। ਤੇ ਇਸ ਤਰ੍ਹਾਂ ਕਰਕੇ ਕੋਈ ਐਸੀ ਗੇਮ ਵਿੱਚੋਂ ਖੇਡੀ ਜਾਂਦੀ ਹੈ ਕਿ ਜਿਹਦੇ ਵਿੱਚ ਅਸੀਂ ਜਿਹੜੇ ਆ ਨਾ ਉਹ ਪਿੱਛੇ ਰਹਿ ਜਾਂਦੇ ਹਾਂ। ਮਗਰ ਮੈਂ ਇਹਦੇ ਵਿੱਚ ਇਹ ਨਹੀਂ ਸਮਝਦਾ ਕਿ ਪੋਲੀਟੀਸ਼ੀਅਨ ਇਨਵੋਲਵ ਨੇ, ਇਹਦੇ ਵਿੱਚ ਮੋਸਟਲੀ ਬਿਊਰੋਕ੍ਰੇਸੀ ਇਨਵੋਲਵ ਹੈਗੀ। ਤੇ ਬਿਊਰੋਕ੍ਰੇਸੀ ਤੁਹਾਨੂੰ ਇੰਨਾ ਕੁ ਡਰਾ ਕੇ ਰੱਖਦੀ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਇਹ ਫਿਰ ਅਸੀਂ ਇਹ ਡਿਸਾਈਡ ਕੀਤਾ, ਸਾਰੇ ਮੇਰੇ ਜਿਹੜੇ ਚਾਹਣ ਵਾਲੇ ਨੇ ਲੋਕ, ਜਿਹਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਵੀ ਹੈ, ਇੰਡੀਅਨ, ਪਾਕਿਸਤਾਨੀ, ਸ਼੍ਰੀਲੰਕਨ, ਬੰਗਲਾਦੇਸ਼ੀ, ਆਲਸੋ ਗੋਰੇ। ਮੇਰੇ ਕੋਲ ਤੁਸੀਂ ਯਕੀਨ ਨਹੀਂ ਕਰੋਗੇ ਕਿ ਮੇਰੇ ਕੋਲ ਗੋਰੇ ਇੰਨੇ ਆ ਰਹੇ ਆ ਕਿ ਜੀ ਪ੍ਰੋਟੈਸਟ ਦੇ ਵਿੱਚ, ਕਿ ਕੋਈ ਵੀ ਪਾਰਟੀ ਜਿਹੜੀ ਹੈ ਨਾ ਉਹ ਬੰਦਿਆਂ ਨੂੰ ਨਹੀਂ ਦੇਖ ਰਹੀ, ਉਹ ਆਪਣਾ ਇੰਟਰਸਟ ਜਿਹੜਾ ਟੌਪ ਲੈਵਲ ਦੇ ਉੱਤੇ ਹੈਗਾ ਨਾ ਉਹ ਦੇਖ ਰਹੇ ਆ। ਤੇ ਇਸ ਕਰਕੇ ਫਿਰ ਮੈਂ ਡਿਸਾਈਡ ਕੀਤਾ ਜੀ। ਇੱਕ ਕੁਐਸਚਨ ਹੋਰ ਤੁਹਾਡੇ ਹੀ ਗੱਲਾਂ 'ਚੋਂ ਮੇਰੇ ਦਿਮਾਗ 'ਚ ਆ ਰਿਹਾ। ਤੁਸੀਂ ਕਿਹਾ ਸੀ ਸਾਡੀ ਕਮਿਊਨਿਟੀ ਨੇ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ, ਬਜ਼ੁਰਗਾਂ ਨੇ ਇੱਕ ਕੈਂਡੀਡੇਟ ਖੜਾ ਕੀਤਾ, ਵਿਚ ਇਜ਼ ਵੈਰੀ ਗੁੱਡ ਐਕਚੁਅਲੀ, ਕਾਫੀ ਹੱਦ ਤੱਕ ਬਹੁਤ ਗੁੱਡ ਆ। ਪਰ ਇਹਦੇ ਨਾਲ ਇੱਕ ਇਸ਼ੂ ਰੇਜ਼ ਹੁੰਦਾ ਵਾ ਕਿ ਅਸੀਂ ਇਲੈਕਸ਼ਨ 'ਚ ਫਿਰ ਉਹੀ ਕਰ ਰਹੇ ਹਾਂ ਜੋ ਅਸੀਂ ਇੰਡੀਆ ਪਾਕਿਸਤਾਨ 'ਚ ਕਰਦੇ ਸੀ, ਕਿ ਧਰਮ ਦੇ ਬੇਸ 'ਤੇ ਵੰਡ, ਜਾਤੀ ਦੇ ਬੇਸ 'ਤੇ ਵੰਡ, ਜਾਂ ਫਿਰ ਰੰਗ ਦੇ ਬੇਸ 'ਤੇ ਵੰਡ। ਉਹਦੇ 'ਚ ਨਹੀਂ ਸਾਡਾ ਇਹ ਡਿਸੀਜਨ ਨਹੀਂ, ਮਗਰ ਇਹ ਡਜ਼ ਐਗਜ਼ਿਸਟ। ਮੈਂ ਇਹਨੂੰ ਜਿਹਨੂੰ ਮਿਟਾਉਣਾ ਚਾਹੀਦਾ ਸਾਨੂੰ, ਅਸੀਂ ਇਹ ਐਗਜ਼ਿਸਟ ਕਰਦੀ ਹੈ ਕਿ ਧਰਮ ਦਾ ਬੇਸ, ਕਲਰ ਦਾ ਬੇਸ, ਈਵਨ ਤੁਹਾਡਾ ਇਲਾਕਾ, ਤੁਸੀਂ ਜੱਟ ਆ ਤੇ ਤੁਹਾਡੀ ਹੋਰ ਗੱਲ ਹੈ, ਮੈਂ ਪਠਾਨ ਆ ਤੇ ਮੈਂ ਆਪਣੇ ਕਲਾਇਨ ਨਾਲ, ਜਿਹੜੀ ਮੇਰਾ ਮਤਲਬ ਹੈ ਨਾ ਕਿ ਉਹ ਹੈਗਾ ਟਰਾਈਬ, ਮੈਂ ਉਹਦੇ ਨਾਲ ਰਵਾਂਗਾ। ਇਹ ਡਜ਼ ਐਗਜ਼ਿਸਟ। ਬਿਲਕੁਲ। ਮਗਰ ਇਹਨਾਂ ਚੀਜ਼ਾਂ ਨੂੰ ਛੱਡਿਆ ਨਹੀਂ ਜਦੋਂ ਇੰਡੀਆ ਪਾਕਿਸਤਾਨ ਇੱਥੇ ਆ ਕੇ ਅਸੀਂ, ਕਿਉਂਕਿ ਜੀ ਗੱਲ ਇਹ ਹੈ ਕਿ ਅਸੀਂ ਜਿਹੜੇ ਆ ਨਾ ਮੈਜੋਰਿਟੀ, ਅਸੀਂ ਕਿਉਂਕਿ ਮੈਂ ਬੌਰਨ ਹਾਂ ਪਾਕਿਸਤਾਨ ਦੇ ਵਿੱਚ, ਠੀਕ ਹੈ, ਮੇਰੇ ਬੱਚੇ ਆ ਉਹ ਇੱਥੇ ਬੌਰਨ ਹੋਇਆ, ਉਹ ਇੱਥੋਂ ਦੀ ਵੈਲਿਊਜ਼ ਦੇ ਜ਼ਿਆਦਾ, ਮਗਰ ਅਸੀਂ ਜਿਹੜਾ ਡਿਸੀਜਨ ਲਿਆ ਨਾ ਉਹ ਇਹਨੂੰ ਮਿਟਾਉਣ ਵਾਸਤੇ, ਕਿਉਂਕਿ 4 ਕੈਂਡੀਡੇਟ ਅਸੀਂ ਖੜੇ ਸੀ ਤੇ ਚਾਰੋਂ ਡਿਫਰੈਂਟ ਸਕੂਲ ਆਫ ਥਾਟ ਦੇ ਸੀ। ਉਹਦੇ ਵਿੱਚ ਫਿਰ ਇਹ ਹੁੰਦਾ ਕਿ ਜਿਹੜੇ ਤੁਹਾਡੇ ਦੋਸਤ ਹੈ ਨਾ ਉਹਨਾਂ ਨੂੰ ਟਰਬਲ ਆ ਜਾਂਦੀ ਹੈ ਕਿ ਕਿਹਨੂੰ ਸਪੋਰਟ ਕਰਨ। ਬਿਲਕੁਲ ਸਹੀ। ਅਗਰ ਮੇਰੇ ਜਿਹੜੇ ਦੋਸਤ ਨੇ ਉਹ ਨੰਬਰ 2 ਕੈਂਡੀਡੇਟ ਦੇ ਵੀ ਦੋਸਤ ਨੇ, ਨੰਬਰ 3 ਦੇ ਵੀ, ਉਹ ਹੁਣ ਕਿੱਧਰ ਵੰਡਣ। ਮੈਂ ਆਪਣੇ ਉਹਦੇ ਵਿੱਚ ਦੇਖਿਆ ਕਿ ਲੋਕਾਂ ਨੇ ਕਿਹਾ ਕਿ ਯਾਰ ਮੈਂ ਤੈਨੂੰ ਵੋਟ ਦੇਵਾਂਗਾ, ਮੇਰੀ ਵਾਈਫ ਉਹਨੂੰ ਵੋਟ ਦੇਗੀ, ਤੇ ਮੈਂ ਸਪਲਿਟ ਤੇ ਪਹਿਲਾਂ ਹੀ ਕਰ ਦਿੱਤਾ। ਸਾਡੇ ਘਰੇ ਵੀ ਲੜਾਈ ਪਊਗੀ ਕਿ ਮਤਲਬ ਸਪਲਿਟ ਤੇ ਪਹਿਲਾਂ ਕਰ ਦਿੱਤਾ ਕਿ ਜੀ ਇੱਕ ਬੰਦਾ ਉਹਨੂੰ ਵੋਟ ਦੇਗਾ ਕਿ ਜੀ ਮੇਰੀ ਵਾਈਫ ਤੈਨੂੰ ਵੋਟ ਦੇਗੀ, ਮੈਂ ਉਹਨੂੰ ਵੋਟ ਦਿਆਂਗਾ। ਤੇ ਇਹ ਸਪਲਿਟ ਨੂੰ ਬਚਾਉਣ ਵਾਸਤੇ ਅਸੀਂ ਇਹ ਮੋਸਟਲੀ ਕਦਮ ਇਹ ਚੁੱਕਿਆ ਸੀ ਕਿ ਸਾਡੀ ਕਮਿਊਨਿਟੀ ਦੇ ਵਿੱਚ, ਅਮੰਗ ਦਾ ਕਮਿਊਨਿਟੀ, ਸਾਡੇ ਸਪਲਿਟ ਹੋਣ ਦਾ ਡਰ ਸੀ। ਤੇ ਉਹਦੇ ਵਿੱਚ ਫਿਰ ਉਹਨੂੰ ਜਿਹੜੇ ਬਜ਼ੁਰਗ ਬੈਠੇ ਆ ਉਹਨਾਂ ਨੇ ਬਿਠਾ ਕੇ ਤੇ ਗੱਲ ਕੀਤੀ ਕਿ ਜੀ ਇਸ ਤਰ੍ਹਾਂ ਜਿਹੜਾ ਨਹੀਂ ਹੋਣਾ ਚਾਹੀਦਾ, ਤੇ ਅਸੀਂ ਇੱਕ ਕੈਂਡੀਡੇਟ ਪਿਕ ਕਰੀਏ ਜਿਹਦੇ ਤੇ ਸਾਰੇ ਐਗਰੀ ਹੋ ਜਾਣ। ਤੇ ਦੈਟਸ ਵਾਈ ਵੀ ਐਗਰੀ। ਤੇ ਇਹ ਸਪਲਿਟ ਖਤਮ ਕਰਨ ਵਾਸਤੇ।
ਇੱਕ ਹੋਰ ਕੁਐਸਚਨ ਬਰਹਾਨ ਖਾਨ ਜੀ, ਤੁਸੀਂ ਜੈਮੀ ਲਾਲ ਜੀ ਦਾ ਨਾਂ ਲਿਆ। ਕੱਲ ਰਾਤ ਨੂੰ ਮੈਂ ਕੈਲੀ ਐਂਡ ਕੁਮਾਰ ਸ਼ਰਮਾ ਜੀ ਦੇ ਰੇਡੀਓ ਤੇ ਇੰਟਰਵਿਊ ਸੁਣ ਰਿਹਾ ਸੀ। ਜਿਸ ਹਿਸਾਬ ਨਾਲ ਕੈਲੀ ਜੀ ਨੇ ਉਹਨੂੰ ਆਈ ਮੀਨ ਡਿਸਕ੍ਰਾਈਬ ਕੀਤਾ, ਉਹਨਾਂ ਆਖਿਆ ਕਿ ਜਿਹੜਾ ਸਾਨੂੰ ਇਸ਼ੂ ਲੱਭਿਆ ਸੀ, ਜੇ ਉਹ ਇਸ਼ੂ ਸਾਨੂੰ ਲਾਸਟ ਇਲੈਕਸ਼ਨ ਤੇ ਵੀ ਲੱਭ ਜਾਂਦਾ, ਅਸੀਂ ਜੈਮੀ ਲਾਲ ਨੂੰ ਤਾਂ ਵੀ ਡਿਸਕੁਆਲੀਫਾਈ ਕਰ ਦਿੰਦੇ। ਦੂਜੀ ਗੱਲ ਉਹਨਾਂ ਨੇ ਜਿਹੜੀ ਦੱਸੀ ਆ, ਆਂਦੇ ਆਈ ਕਾਲਡ ਜੇਮੀ, ਮੈਂ ਜੇਮੀ ਨੂੰ ਫੋਨ ਕੀਤਾ ਤੇ ਮੈਂ ਦੱਸਿਆ ਕਿ ਸਾਨੂੰ ਆ ਇਸ਼ੂ ਆ ਰਿਹਾ। ਮੈਨੂੰ ਆਂਦਾ ਕਿ ਹੀ ਨੈਵਰ ਪਿਕਡ ਅਪ, ਸੋ ਮੈਨੂੰ ਵੌਇਸਮੇਲ ਛੱਡਿਆ। ਆਂਦੇ ਕਿ ਨੈਵਰ ਰਿਟਰਨ ਮਾਈ ਕਾਲ। ਆਈ ਅਗੇਨ ਮੈਂ ਉਹਨੂੰ ਫਿਰ ਕਾਲ ਕੀਤੀ, ਉਹਨੇ ਫਿਰ ਵੀ ਮੇਰੀ ਕਾਲ ਨਹੀਂ ਰਿਟਰਨ ਕੀਤੀ। ਦਿਸ ਮਤਲਬ ਕਿ ਪੀਸੀ ਪਾਰਟੀ ਨੇ ਆਪਣਾ ਇਹ ਐਕਸਪਲੇਨੇਸ਼ਨ ਦਿੱਤਾ ਵਾ ਕਿ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ, ਉਹ ਸਾਨੂੰ ਲਾਸਟ ਟਾਈਮ ਇਸ਼ੂ ਨਹੀਂ ਪਤਾ ਸੀ। ਜੇ ਸਾਨੂੰ ਲਾਸਟ ਟਾਈਮ ਵੀ ਪਤਾ ਲੱਗਦਾ, ਅਸੀਂ ਉਹਨਾਂ ਨੂੰ ਫਿਰ ਵੀ ਡਿਸਕੁਆਲੀਫਾਈ ਕਰਦੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸਿਰਫ ਇਹ ਤਾਂ ਕਹਿ ਰਿਹਾ ਕਿਉਂਕਿ ਮੈਂ ਆਈ ਥਿੰਕ ਕਿ ਤੁਸੀਂ ਵੀ ਪੀਸੀ ਪਾਰਟੀ ਦੇ ਨੋਮੀਨੇਸ਼ਨ ਸਿਸਟਮ ਤੋਂ ਡਿਸਅਪੋਇੰਟਡ ਜੋ। ਮੈਂ ਵੀ ਐਕਚੁਅਲੀ ਉਦੋਂ ਉੱਥੇ ਹੀ ਸੀ ਜਿਸ ਦਿਨ ਇਹਨਾਂ ਦੀ ਇਲੈਕਸ਼ਨ ਹੋਈ। ਅਸੀਂ ਉੱਥੇ ਕਵਰੇਜ ਕਰ ਰਹੇ ਸੀ ਤੇ ਲਗਭਗ 3-4 ਘੰਟੇ ਅਸੀਂ ਉੱਥੇ ਖੜੇ ਰਹੇ ਜਦੋਂ ਰਿਜ਼ਲਟ ਆਉਣ ਵਾਲਾ ਸੀ। ਤੇ ਜਦੋਂ ਲਾਸਟ ਤੇ ਉਹਨਾਂ ਨੇ ਅਨਾਉਂਸ ਕੀਤਾ ਕਿ ਅੰਦਰ ਰਿਜ਼ਲਟ ਡਿਕਲੇਅਰ ਨਹੀਂ ਹੋਣਾ, ਜੋ ਕਿ ਕਾਫੀ ਡਿਸਅਪੋਇੰਟਡ ਅਪਾਇੰਟਮੈਂਟ ਰਾਤੀ 11:30 ਵਜੇ ਤੱਕ ਜੀ ਮੈਂ ਵੀ ਉੱਥੇ ਮੌਜੂਦ ਸੀ। ਹਾਂਜੀ, ਕਿਉਂਕਿ ਜੇ ਅਸੀਂ ਮੀਡੀਆ ਉੱਥੇ ਖੜਾ ਵਾ, ਕੈਂਡੀਡੇਟਸ ਖੜੇ ਨੇ, ਸਭ ਨੂੰ ਲੱਗਦਾ ਕਿ ਰਿਜ਼ਲਟ ਆਏ ਚਲੋ ਤੇ ਪਤਾ ਲੱਗੇ ਕੌਣ ਜਿੱਤਿਆ ਕੌਣ ਹਾਰਿਆ। ਬਟ ਹੁਣ ਪੀਸੀ ਪਾਰਟੀ ਇਜ਼ ਟੈਲਿੰਗ ਡਿਫਰੈਂਟ ਸਟੋਰੀ। ਉਹ ਤਾਂ ਆਖਣ ਦੇ ਕਿ ਜਿਹੜਾ ਰੀਜ਼ਨ ਸਾਨੂੰ ਜੇਮੀ ਲਾਲ ਜੀ ਦਾ ਜਿਹੜਾ ਇਸ਼ੂ ਹੁਣ ਪਤਾ ਲੱਗਾ, ਜੇ ਲਾਸਟ ਟਾਈਮ ਪਤਾ ਲੱਗਦਾ ਸੀ ਉਹਨਾਂ ਨੂੰ ਉਦੋਂ ਵੀ ਡਿਸਕੁਆਲੀਫਾਈ ਕਰਨਾ ਸੀ। ਵਾਟ ਯੂ ਵਾਂਟ ਟੂ ਸੇ ਅਬਾਊਟ? ਕਿੱਡੀ ਮਜ਼ੇ ਦੀ ਗੱਲ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਨੂੰ ਲਾਸਟ ਟਾਈਮ ਪਤਾ ਹੀ ਲੱਗਾ, ਮੈਂ ਉਹਨੂੰ ਫਾਇਰ ਕਰਾਂ ਕਿ ਤੂੰ ਆਪਣਾ ਕੰਮ ਕਿਉਂ ਨਹੀਂ ਕੀਤਾ। ਠੀਕ ਹੈ ਜੀ, ਜੇ ਇੰਨਾ ਹੀ ਉਹ ਭੈੜਾ ਸੀ ਤੇ ਇੱਕ ਚੀਜ਼ ਇਲੈਕਸ਼ਨ ਨੋਮੀਨੇਸ਼ਨ ਜਿੱਤੀ ਉਹਨੇ, ਨੋਮੀਨੇਸ਼ਨ ਵਿੱਚ ਆਇਆ ਮਕੌਲ ਦੇ ਵਿੱਚ, ਫਿਰ ਕੈਲਗਰੀ ਬਫਲੋ ਦੇ ਵਿੱਚ ਉਹਨੇ ਕੀਤਾ, ਫਿਰ ਉਹ ਰਨਿੰਗ ਪ੍ਰੈਜ਼ੀਡੈਂਟ ਸੀ ਕੈਲਗਰੀ ਮਕੌਲ ਦਾ। ਓਕੇ, ਐਕਚੁਅਲੀ ਉਹਨੂੰ ਨੋਮੀਨੇਸ਼ਨ ਹੈਂਡਲ ਕਰਨੀ ਚਾਹੀਦੀ ਸੀ। ਮੈਂ ਜੇਮੀ ਲਾਲ ਨੂੰ ਸਿਰਫ ਜ਼ਿੰਦਗੀ 'ਚ ਇੱਕ ਵਾਰੀ ਮਿਲਿਆ। ਓਕੇ, ਰਾਈਟ, ਇਜ਼ ਅ ਵੈਰੀ ਬੋਲਡ ਯੰਗ ਮੈਨ। ਮਗਰ ਇਹ ਹੈ ਕਿ ਤੁਸੀਂ ਪਹਿਲੇ ਨਹੀਂ ਦੇਖਿਆ, ਇਹ ਲੇਮ ਐਕਸਕਿਊਜ਼ਸ ਆ। ਮੈਂ ਕਿਹਾ ਨਾ ਕਿ ਬਿਊਰੋਕ੍ਰੇਸੀ, ਤੇ ਪਹਿਲੇ ਨੰਬਰ ਤੇ ਮੇਰੀ ਆਰਗੇਨਾਈਜੇਸ਼ਨ ਤੇ ਕੋਈ ਇਹੋ ਜਿਹਾ ਬੰਦਾ ਕੰਮ ਕਰਦਾ ਹੋਵੇ ਤੇ ਮੈਂ ਤਾਂ ਉਹਨੂੰ ਉਸੇ ਵੇਲੇ ਖੜੇ ਪੈਰ ਫਾਇਰ ਕਰਾਂ ਕਿ ਤੈਨੂੰ ਪਹਿਲੀ ਵਾਰ ਤੂੰ ਦੱਸਿਆ ਕਿਉਂ ਨਹੀਂ ਮੈਨੂੰ। ਤੇ ਹੁਣ ਇਹ ਗੱਲ ਕਰਨਾ ਕਿ 2 wrong ਡਜ਼ ਨਾਟ ਮੇਕ 1 right। ਠੀਕ ਹੈ, ਤੇ ਇੰਨੀ ਪਪੂਲੈਰਿਟੀ, ਉਹ ਇੰਨਾ ਤੁਹਾਡਾ ਯਾਨੀ ਕਿ ਉਹ ਲਖਤੇ ਜਿਗਰ ਆ, ਤੁਹਾਡਾ ਬਗਲ ਬੱਚਾ ਹੈਗਾ, ਹਰ ਵੇਲੇ ਤੁਹਾਡੇ ਨਾਲ ਆ, ਪ੍ਰੀਮੀਅਰ ਦੇ ਨਾਲ ਫਿਰਦਾ ਰਿਹਾ। ਬਿਊਰੋਕ੍ਰੇਸੀ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਜੀ। ਬਿਲਕੁਲ ਜੀ। ਹੁਣ ਮੈਂ ਇੱਥੇ ਤੁਹਾਡੀ ਬਿਲਡਿੰਗ 'ਚ ਆਇਆ ਤੇ ਜਿਹੜੇ ਬੰਦੇ ਨੇ ਮੈਨੂੰ ਇਨਸਾਈਡ ਲੈਂਦਾ, ਤੁਸੀਂ ਉਹਨੂੰ ਕਿਹਾ ਤੇ ਉਹਨੇ ਮੈਨੂੰ ਲੈ ਕੇ ਆਇਆ ਨਾ, ਤੇ ਜੇ ਗਲਤ ਬੰਦਾ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਉਹਨੂੰ ਫਾਇਰ ਕਰੋਗੇ। ਬਿਲਕੁਲ, ਕਿ ਤੁਸੀਂ ਕਮਾਲ। ਇਹ ਗੱਲ ਮੈਂ ਨਹੀਂ ਮੰਨਦਾ ਸਰ, ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ। ਤੇ ਜੇ ਇਹ ਗੱਲ ਹੈਗੀ ਹੈ ਤੇ ਕੋਈ ਬੰਦਾ ਮੇਰੇ ਸੁਣ ਰਿਹਾ ਤੇ ਉਸ ਬੰਦੇ ਨੂੰ ਪਹਿਲਾਂ ਫਾਇਰ ਕਰੇ ਜਿਹੜੀ ਜ਼ਿੰਮੇਵਾਰੀ ਸੀ ਕਿ ਉਹਨੇ ਪਿਛਲੀ ਵਾਰੀ ਕਿਉਂ ਨਹੀਂ ਦੱਸਿਆ ਤੇ ਐਤਕੀ ਕਿਉਂ ਦੱਸਿਆ। ਐਤਕੀ ਯਾਰ ਦੇਖੋ ਗੱਲ ਹੈ ਕਿ ਐਤਕੀ ਹੋਣਾ ਸੀ। ਐਡਮਿੰਟਨ ਦੇ ਵਿੱਚ ਕੀ ਹੋ ਰਿਹਾ, ਇਹ ਸਿਰਫ ਇਹ ਸਾਡੇ ਬੰਦੇ ਹੀ ਲੱਭਦੇ ਆ ਇਹਨਾਂ ਨੂੰ। ਨੋ ਆਮ ਟੈਲਿੰਗ ਯੂ ਦ ਟਰੂਥ ਕਿ ਸਾਡੇ ਬੰਦੇ ਲੱਭਦੇ ਆ, ਕੋਈ ਹੋਰ ਹੈ ਹੀ ਨਹੀਂ ਇਹਦੇ ਵਿੱਚ। ਇਹ ਸਭ ਬਿਊਰੋਕ੍ਰੇਸੀ ਆ, ਇਹ ਰੈਡ ਟੇਪ ਹੈਗੀ ਹੈ। ਮੈਂ ਨਹੀਂ ਮੰਨਦਾ। ਦਿਸ ਇਜ਼ ਕਾਈਂਡ ਆਫ ਐਨ ਇਨਸਲਟ ਟੂ ਜੇਮੀ ਲਾਲ ਐਂਡ ਟੂ ਦ ਪੀਪਲ। ਮੇਰਾ ਖਿਆਲ ਹੈ ਕਿ ਇਹ ਐਕਸਕਿਊਜ਼ ਨਹੀਂ ਹੈਗਾ, ਨਾ ਮੈਂ ਇਹਨੂੰ ਮੰਨਦਾ। ਓਕੇ ਸਰ, ਦੇयर ਇਜ਼ ਸਮਥਿੰਗ ਐਲਸ। ਚਲੋ ਆਪਾਂ ਹੁਣ ਚੱਲਦੇ ਹਾਂ ਤੁਹਾਡੇ ਕੈਂਪੇਨ ਵੱਲ। ਤੇ ਸਭ ਤੋਂ ਪਹਿਲਾਂ ਜਿਹੜਾ ਅੱਜ ਦੀ ਡੇਟ ਤੇ ਇਲੈਕਸ਼ਨ ਦਾ ਮੇਨ ਮੁੱਦਾ ਵਾ, ਜਿਹਦੇ ਕਰਕੇ ਪੀਸੀ ਪਾਰਟੀ ਨੇ ਵੀ ਇਲੈਕਸ਼ਨ ਕਰਾਏ, ਤੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਐਗਰੀ ਕਰਦੇ ਜੋ ਇਹ ਰਾਈਟ ਡਿਸੀਜਨ ਸੀ ਪੀਸੀ ਪਾਰਟੀ ਦਾ ਇਲੈਕਸ਼ਨ ਕਰਾਉਣ ਦਾ? ਰਾਈਟ ਟਾਈਮ ਸੀ ਉਹਨਾਂ ਦਾ? ਨਹੀਂ ਜੀ, ਇਹ ਬਿਲਕੁਲ ਰਾਈਟ ਟਾਈਮ ਨਹੀਂ ਹੈਗਾ। ਉਹ ਕਹਿੰਦੇ ਨੇ ਕਿਸੇ ਬੰਦੇ, ਇਹ ਇਸ ਤਰ੍ਹਾਂ ਹੀ ਹੈਗਾ ਕਿ ਕਿਸੇ ਬੰਦੇ ਦੇ ਸਿਰ ਦੇ ਵਿੱਚ ਪੀੜ ਹੋਵੇ ਤਾਂ ਬਜਾਏ ਦਵਾਈ ਲੈਣ ਦੇ ਸ਼ੈਂਪੂ ਦੀ ਬੋਤਲ ਲੈ ਆਵੇ। ਓਕੇ, ਸਾਡੀ ਇਕਨੋਮੀ ਬੇੜਾ ਗਰਕ ਹੋਈ ਪਈ ਹੈ ਸਾਰੀ। ਇਹ ਸਾਰਾ ਕੀਤਾ ਕਰਾਇਆ ਪੀਸੀ ਪਾਰਟੀ ਦੀ ਜਿਹੜੀ ਪਿਛਲੀ 2-3 ਹਕੂਮਤਾਂ ਆਈਆਂ ਨੇ ਉਹਨਾਂ ਦਾ ਸੀ। ਹੁਣ ਜਿਹੜਾ ਮੌਜੂਦਾ ਪ੍ਰਿੰਟਰ ਸਾਹਿਬ ਆਏ ਆ, ਉਹਨਾਂ ਸਹੀ ਕਰਨ ਦੀ ਬਜਾਏ ਉਹਨਾਂ ਨੇ ਇਲੈਕਸ਼ਨ ਕਾਲ ਕਰ ਦਿੱਤੇ। $35 ਮਿਲੀਅਨ ਲੱਗਣਾ। ਉੱਧਰੋਂ ਅਸੀਂ ਕੱਟ ਕਰ ਰਹੇ ਹਾਂ ਹੈਲਥ ਕੇਅਰ ਦੇ ਵਿੱਚ, ਇੱਧਰੋਂ ਅਸੀਂ ਇਲੈਕਸ਼ਨ ਕਰਾ ਰਹੇ ਹਾਂ। ਆਈ ਡੋਂਟ ਥਿੰਕ ਇਟਸ ਅ ਰਾਈਟ ਟਾਈਮ। ਬੜੀ ਜਲਦੀ ਚੀਜ਼ਾਂ ਹੋ ਰਹੀਆਂ ਨੇ ਤੇ ਉਹ ਜਲਦੀ ਦਾ ਜਿਹੜਾ ਡਿਸੀਜਨ ਹੁੰਦਾ ਉਹ ਬੜਾ ਗਲਤ ਹੁੰਦਾ। ਬੰਦੇ ਪ੍ਰਿਪੇਅਰ ਨਹੀਂ ਹੈਗੇ ਸਾਰੀ ਚੀਜ਼ਾਂ। ਮੈਂ ਤੁਹਾਨੂੰ ਦੱਸਾਂ ਇਹਦੀ ਬੜੀ ਲੋ ਟਰਨ ਆਊਟ ਹੋਏਗੀ। ਇਹ ਮੇਰਾ ਨਹੀਂ ਖਿਆਲ ਕਿ ਇਹ ਡਿਸੀਜਨ ਗੁੱਡ ਡਿਸੀਜਨ ਸੀ। ਮਗਰ ਇਹ ਕਿ ਪਾਰਟੀ ਨੇ, ਹਕੂਮਤ ਨੇ ਡਿਸਾਈਡ ਕਰ ਲਿਆ, ਉਹ ਯਾਰ ਇਹਨੇ ਜੀ। ਓਕੇ ਸਰ,
ਮੇਰਾ ਅਗਲਾ ਕੁਐਸਚਨ ਤੁਹਾਡੇ ਵਾਸਤੇ, ਜਿਹੜਾ ਲੇਟ ਹੁਣ ਲਾਸਟ ਬਜਟ ਆਇਆ ਸੀ ਉਹ 'ਚ ਅਲਬਰਟਨਸ ਉੱਤੇ 59 ਅਪਰੋਕਸੀਮੇਟ 59 ਨਵੇਂ ਟੈਕਸਸ ਲਾਏ ਗਏ। ਤੁਸੀਂ ਟੈਕਸਸ ਇੰਕਰੀਜ਼ ਨੂੰ ਜਾਂ ਟੈਕਸਸ ਨੂੰ ਕਿੱਦਾਂ ਵੇਖਦੇ ਜੋ? ਟੈਕਸਸ ਜਿੱਦਾਂ ਆਪਣੀ ਇਸ ਟਾਈਮ ਇਕਨੋਮੀ ਆ, ਆਪਣਾ ਰੈਵਨਿਊ ਘਟ ਰਿਹਾ ਵਾ, ਜਦੋਂ ਆਪਾਂ ਜੇ ਹਾਊਸ ਹੋਲਡ ਗੱਲ ਕਰਦੇ ਹਾਂ, ਲੈਸੇ ਸਾਡੇ ਘਰੇ 4 ਬੰਦੇ ਕੰਮ ਕਰਦੇ ਆ, ਲਾ ਲਓ ਕਿ 2 ਬੰਦਿਆਂ ਨੇ ਫਾਇਰ ਹੋ ਗਏ, 2 ਬੰਦੇ ਹੁਣ ਕੰਮ ਕਰਨ ਦੇ ਆ, ਜਦੋਂ ਸਾਡਾ ਇਨਕਮ ਘਟਦੀ ਆ ਤੇ ਸਾਨੂੰ ਕੱਟ ਲਾਉਣੇ ਪੈਂਦੇ ਆ। ਤੇ ਤੁਸੀਂ ਇਹਨੂੰ ਕਿੱਦਾਂ ਵੇਖਦੇ ਜੋ ਕਿ ਪੀਸੀ ਪਾਰਟੀ ਨੇ ਜੋ ਟੈਕਸਸ ਲਾਏ ਉਹ ਠੀਕ ਨੇ, ਜਾਂ ਤੁਹਾਡਾ ਪੁਆਇੰਟ ਆਫ ਵਿਊ ਕੀ ਆ? ਦੇਖੋ ਜੀ, ਗੱਲ ਜਿਹੜੀ ਹੈ ਨਾ ਉਹ ਗੋ ਬੈਕ ਟੂ ਮਾਈ ਫਸਟ ਥਿੰਗ ਕਿ ਜਿਹੜਾ ਪੀਸੀ ਪਾਰਟੀ ਤੋਂ ਜਿਹੜੀਆਂ ਚੀਜ਼ਾਂ ਫੰਡਾਮੈਂਟਲ ਜਿਹੜੀਆਂ ਚੀਜ਼ਾਂ ਸੀ ਨਾ, ਜਿਹੜੀ ਅਸੀਂ ਐਕਸਪੈਕਟ ਕਰਦੇ ਸੀ ਕਿ ਫੈਮਿਲੀ ਵੈਲਿਊਜ਼ ਆਪਣੀ ਜਿਹੜੀਆਂ ਨੇ ਕਿ ਜਿੰਨੇ ਚਾਦਰਾ ਓਨੇ ਪੈਰ ਫੈਲਾਣੇ, ਟੈਕਸ ਲਾਉਣ ਨਾਲ ਕਦੀ ਰੈਵਨਿਊ ਨਹੀਂ ਹੁੰਦਾ। ਟੈਕਸ ਇਹ ਐਕਸਟਰਾ ਬਰਡਨ ਹੈਗਾ ਕਿ ਤੁਸੀਂ, ਮੈਂ ਉਹ ਜੋ ਗੱਲ ਕੀਤੀ ਨਾ ਕਿ ਤੁਹਾਡੇ ਸਿਰ 'ਚ ਦਰਦ ਆ, ਤੁਸੀਂ ਗੋਲੀ ਲੈਣ ਦੀ ਬਜਾਏ ਸ਼ੈਂਪੂ ਦੀ ਬੋਤਲ ਲੈਣ ਦੀ, ਕਿ ਜੀ ਮੈਂ ਇਸੇ ਵਾਲ ਠੀਕ ਹੋਣਗੇ ਤੇ ਮੇਰਾ ਸਿਰ ਦਰਦ ਦੂਰ ਹੋ ਜਾਏਗਾ। ਟੈਕਸ ਲਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ, ਬਲਕਿ ਟੈਕਸ ਰਿਡਕਸ਼ਨ ਕਰਨੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਕਿ ਜਿਸ ਵੇਲੇ ਜਿਹੜੇ ਪਾਸੇ 'ਚ ਹੁਣ ਕੈਲਗਰੀ ਦੇ ਵਿੱਚ ਜੌਬ ਦੀ ਕਮੀ ਹੈ, ਮੈਂ ਬਾਈ ਪ੍ਰੋਫੈਸ਼ਨ ਅਕਾਊਂਟੈਂਟ ਹਾਂ, ਮੈਨੂੰ ਪਤਾ ਕਿ ਹਰ ਦੂਜਾ ਬੰਦਾ ਜਿਹੜਾ ਆ ਰਿਹਾ ਨਾ 50% ਪੀਪਲ ਆਰ ਲੂਜ਼ਿੰਗ ਦੇਅਰ ਜੌਬ। ਉਹ ਹੈ ਨਹੀਂ, ਉਹਨਾਂ ਨੂੰ ਪ੍ਰੋਬਲਮ ਹੈ ਕਿ ਜੀ ਹੁਣ ਟੈਕਸ ਆ ਗਿਆ ਤੇ ਹੁਣ ਟੈਕਸ ਕਿਵੇਂ ਦੇਵਾਂਗੇ। ਬਿਲਕੁਲ ਸਹੀ। ਉਹ ਹੁਣ ਅੱਛਾ, ਉਸ ਤੋਂ ਬਾਅਦ ਕੀ ਹੋ ਰਿਹਾ ਕਿ ਦੇ ਆਰ ਗੋਇੰਗ ਅਦਰ ਪਲੇਸਿਸ ਟੂ ਫਾਈਂਡ ਜੌਬ। ਉਹ ਟੈਕਸ ਨਹੀਂ ਲਾ ਰਿਹਾ ਹੈ ਕਿ ਜੀ ਮੈਂ ਹੋਰ ਸ਼ੈਂਪੂ ਦੀ ਬੋਤਲ ਲੈਵਾਂ, ਨਹੀਂ, ਦੇ ਆਰ ਲੁਕਿੰਗ ਫॉर ਅ ਜੌਬ ਸਮਵੇਅਰ ਐਲਸ। ਸਾਨੂੰ ਹਮੇਸ਼ਾ ਇਹ, ਮੈਂ ਬਹੁਤ ਚਿਰਾਂ ਦਾ ਕਹਿ ਰਿਹਾ ਕਿ ਅਸੀਂ ਆਇਲ ਡਿਪੈਂਡੈਂਟ ਹੈਗੇ, ਸਾਨੂੰ ਇਹਦੀ ਡਿਪੈਂਡੈਂਸੀ ਤੋਂ ਨਿਕਲਣਾ ਚਾਹੀਦਾ। ਇਹਦੇ ਵਿੱਚ ਸਾਨੂੰ ਹੋਰ ਚੀਜ਼ਾਂ ਐਵੀਨਿਊ ਦੇਖਣਾ ਚਾਹੀਦਾ ਕਿ ਜਿੱਥੇ ਜਾ ਕੇ ਬਿਜ਼ਨਸ ਅਸੀਂ ਕਰੀਏ, ਆਪਣੇ ਬੰਦਿਆਂ ਨੂੰ ਉਹ ਜੌਬਾਂ ਪ੍ਰੋਵਾਈਡ ਕਰੀਏ। ਟੈਕਸ ਲਾਉਣ ਨਾਲ ਮਸਲਾ ਹੱਲ ਨਹੀਂ ਹੋਣਾ, ਸਾਨੂੰ ਟ੍ਰੇਡ ਚਾਹੀਦੀ ਹੈ, ਕਿੱਥੋਂ ਅਸੀਂ ਟ੍ਰੇਡ ਲੈ ਕੇ ਆਈਏ। ਅਸੀਂ ਆਪਣੀ ਪੋਲੀਟਿਕਸ, ਇਹ ਜਿਹੜਾ ਭੱਬਲ ਭੂਸਾ ਇੱਥੇ ਪੈ ਗਿਆ ਕੈਲਗਰੀ ਦੇ ਵਿੱਚ ਜਾਂ ਸੌਰੀ ਅਲਬਰਟਾ ਦੇ ਵਿੱਚ, ਉਹਦੇ ਵਿੱਚੋਂ ਨਿਕਲਾਂਗੇ ਤਾਂ ਕਿਧਰੇ ਜਾਵਾਂਗੇ ਨਾ। ਸਾਡੀ ਪੋਲੀਟੀਕਲ ਜਿਹੜੀਆਂ ਨੇ ਅਲਾਇੰਸ ਉਹ ਨਹੀਂ ਠੀਕ ਹੋ ਰਹੀਆਂ, ਅਤੇ ਟੈਕਸ ਲਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਇਹ ਹੱਲ ਹੋਣਾ ਤੁਸੀਂ ਬੰਦਿਆਂ ਨੂੰ ਜੌਬ ਪ੍ਰੋਵਾਈਡ ਕਰੋ, ਐਂਡ ਦੇਰ ਆਰ ਮਿਲੀਅਨ ਵੇਜ਼ ਯੂ ਕੈਨ ਪ੍ਰੋਵਾਈਡ ਪੀਪਲ ਜੌਬਸ। ਉਹਦੇ ਨਾਲ ਕੱਟਬੈਕਸ ਨਾਲ ਜਾਂ ਟੈਕਸ ਵਧਾਉਣ ਨਾਲ ਨਹੀਂ ਹੋਗਾ। ਉਹਦੀ ਇਨਕਮ ਪਹਿਲਾਂ ਨਹੀਂ ਹੋਗੀ ਤਾਂ ਉਹ ਟੈਕਸ ਕੀ ਦੇਗਾ ਵਿਚਾਰਾ? ਉਹ ਇੱਕ ਕਾਗਜ਼ੀ ਕਾਰਵਾਈ ਹੈ, ਯੂ ਵਿਲ ਨੈਵਰ ਰਿਕਵਰ ਦੈਟ। ਦਿਸ ਇਜ਼ ਰੋਂਗ। ਮੌਜੂਦਾ ਹੈਲਥ ਕੇਅਰ ਸਿਸਟਮ ਉੱਤੇ ਤੇ ਜਿਹੜੇ ਹੁਣ ਹੈਲਥ ਕੇਅਰ ਕੱਟ ਲਾਏ ਗਏ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹੈਲਥ ਕੇਅਰ ਜੀ ਸਾਡਾ ਬੇਸਿਕ ਨੈਸੈਸਿਟੀ ਹੈ। ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਬਿਮਾਰ ਹੋਵੇ ਨਾ, ਉਹਦੇ ਜਿੰਨਾ ਵੀ ਸਮਾਰਟ ਹੋਵੇ, ਜਿੰਨਾ ਮਰਜ਼ੀ ਮਜ਼ਬੂਤ ਹੋਵੇ, ਉਹ ਤਵੱਜਾ ਨਹੀਂ ਦੇ ਸਕਦਾ ਕਿਸੇ ਚੀਜ਼ ਦੇ ਉੱਤੇ। ਸਾਡੀ ਟੈਕਸ ਅਸੀਂ ਇਸੇ ਲਈ ਜ਼ਿਆਦਾ ਦਿੰਦੇ ਹਾਂ, ਤੁਹਾਨੂੰ ਪਤਾ ਹੈ ਕਿ ਲੋਕੀ ਕੈਨੇਡਾ ਮੂਵ ਇਸੇ ਕਰਕੇ ਹੁੰਦੇ ਆ ਕਿ ਇੱਥੇ ਹੈਲਥ ਕੇਅਰ ਸਿਸਟਮ ਹੈਗਾ, ਮਗਰ ਅਲਬਰਟਾ ਦਾ ਹੈਲਥ ਕੇਅਰ ਜਿਹੜਾ ਹੈਗਾ ਉਹਦੇ ਵਿੱਚ ਕਾਫੀ ਫਲॉज ਨੇ। ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਠੀਕ ਹੋਣ ਵਾਲੀਆਂ। ਜਿਹੜੀ ਅਪਰ ਮੈਨੇਜਮੈਂਟ ਹੈ ਨਾ, ਉਹਦੀ ਤਨਖਾਹਾਂ ਤੁਸੀਂ ਦੇਖੋ, ਤੇ ਜਿਹੜੀ ਲੋਅਰ ਬੰਦੇ ਜਿਹੜੇ ਹੈਲਪ ਕਰ ਰਹੇ ਆ, ਜਿਹੜੇ ਡੇ ਟੂ ਡੇ ਸਰਵਿਸ, ਤੁਹਾਡੇ ਜਿਹੜਾ ਡਾਇਰੈਕਟ ਰਿਲੇਸ਼ਨ ਹੈਗਾ, ਉਹਨਾਂ ਦਾ ਜ਼ਮੀਨ ਆਸਮਾਨ ਦਾ ਫਰਕ ਹੈਗਾ। ਅਨਨੈਸੈਸਰੀ ਮੈਨੇਜਮੈਂਟ ਹੈਗੀ ਆ, ਉਹਦਾ ਖਰਚਾ ਬਹੁਤ ਜ਼ਿਆਦਾ, ਉੱਤੋਂ ਕੱਟ ਕਰਕੇ ਇਹਨਾਂ ਲੋਕਾਂ ਨੂੰ ਪ੍ਰੋਵਾਈਡ ਕਰੀਏ ਹੈਲਥ ਕੇਅਰ ਦੇ ਵਿੱਚ, ਕਾਫੀ ਚੀਜ਼ਾਂ ਜਿਹੜੀਆਂ ਨੇ ਠੀਕ ਹੋ ਜਾਣਗੀਆਂ। ਬਜਾਏ ਇਹ ਕਿ ਵੱਡੇ ਵੱਡੇ ਹਸਪਤਾਲ ਦਾ ਅਸੀਂ ਵੇਟ ਕਰੀਏ, ਛੋਟੇ ਛੋਟੇ, ਜਿਵੇਂ ਮੈਂ ਕਿਹਾ ਨਾ ਕਿ ਹੈਲਥ ਸੈਂਟਰ ਬਣਾਏ ਜਾਣ ਜਿਹਦੇ ਵਿੱਚ ਕੁਇਕ ਸਰਵਿਸ ਹੋਵੇ। ਅਗਰ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਵੱਡੀ ਬਿਮਾਰੀ ਹੈ, ਉਹ ਹਸਪਤਾਲ ਜਾਵੇ, ਮੈਂ ਸਿਰ ਦਰਦ ਲੈ ਕੇ ਹਸਪਤਾਲ ਜਾ ਕੇ 4 ਘੰਟੇ ਵੇਟ ਨਾ ਕਰਾਂ, ਮੈਨੂੰ 15 ਮਿੰਟਾਂ 'ਚ ਫਾਰਗ ਹੋਣਾ ਚਾਹੀਦਾ ਹੈ ਛੋਟੀ ਛੋਟੀ ਜਗ੍ਹਾਵਾਂ ਦੇ ਉੱਤੇ। ਤੇ ਹੈਲਥ ਕੇਅਰ ਜਿਹੜਾ ਨਾ, ਇਟਸ ਅ ਮੇਜਰ ਇਸ਼ੂ। ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਕੰਟਰੋਲ ਹੋਣ ਵਾਲੀਆਂ ਨੇ। ਅਪਰ ਮੈਨੇਜਮੈਂਟ ਜਿਹੜੀ ਹੈ ਨਾ, ਉਹ ਅਨਨੈਸੈਸਰੀ ਹੈ। ਉਹਦੇ ਵਿੱਚ ਇੰਨੀ ਕੋਈ ਜ਼ਰੂਰਤ ਨਹੀਂ ਹੈਗੀ ਇੰਨੇ ਬੰਦੇ ਰੱਖਣ ਦੀ, ਜਿਹੜਾ ਰਾਦਰ ਦੈਨ ਪ੍ਰੋਵਾਈਡ ਦੀ ਸਪੋਰਟ ਸਟਾਫ ਟੂ ਦ ਪੀਪਲ ਹੂ ਆਰ ਡਾਇਰੈਕਟਲੀ ਇਨਵੋਲਵ ਵਿਦ ਦ ਪੇਸ਼ੈਂਟ ਰਾਦਰ ਦੈਨ ਮੈਨੇਜਮੈਂਟ। ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਫਲॉ ਹੈਗੇ ਨੇ, ਇਹਨੂੰ ਫਿਕਸ ਕਰਨਾ ਚਾਹੀਦਾ ਸਾਨੂੰ। ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ, ਬਿਕੋਜ਼ ਜਿਹੜੇ ਵੀ ਹੈਲਥ ਕੇਅਰ ਐਜੂਕੇਸ਼ਨ ਆ, ਇਹ ਤੇ ਰੂਲਿੰਗ ਗਵਰਨਮੈਂਟ ਦਾ ਮੋਸਟਲੀ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ। ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਤੁਸੀਂ ਇਹ 'ਚ ਕੀ ਰੋਲ ਨਿਭਾ ਪਾਓਗੇ? ਉਹਦੇ 'ਚ ਦੇਖੋ, ਮੈਂ ਹੈਲਥ ਕੇਅਰ ਦਾ ਮੈਂ ਬਿਲੀਵਰ ਹੈਗਾ, ਹੈਲਥ ਕੇਅਰ ਦਾ, ਕਿ ਇਹਦੇ ਵਿੱਚ ਬੜਾ ਅੱਛਾ ਯਾਨੀ ਕਿ ਨਾ ਸਾਨੂੰ ਇੱਕ ਉਹ ਚੀਜ਼ ਹੈਗੀ। ਅਮਰੀਕਾ ਦੇ ਵਿੱਚ ਤੁਸੀਂ ਦੇਖ ਲਓ, US ਦੇ ਵਿੱਚ, ਕਿ ਲੋਕਾਂ ਦੇ ਘਰ ਵਿਕ ਜਾਂਦੇ ਆ, ਲੋਕਾਂ ਦੀ ਲਾਈਫ ਇੰਸ਼ੋਰੈਂਸ ਉਹ ਵਿਦਡਰਾ ਕਰ ਲੈਂਦੇ ਆ।
ਇਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਮੈਂ ਕਿਹਾ ਨਾ ਕਿ ਸਾਨੂੰ ਅਪਰ ਮੈਨੇਜਮੈਂਟ ਜਿਹੜੀ ਹੈ ਨਾ ਉਹਦੇ ਵਿੱਚ ਕੱਟ ਪਾ ਕੇ ਤੇ ਥੱਲੇ ਵਿੱਚ ਕਰਨਾ ਚਾਹੀਦਾ। ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ ਯੂ ਕੈਨ ਰੇਜ਼ ਵੌਇਸ ਇਨ ਦ ਲੈਜਿਸਲੇਚਰ। ਤੇ ਉਹਦੇ ਵਿੱਚ ਤੁਸੀਂ ਜਦੋਂ ਤੱਕ ਵੌਇਸ ਨਹੀਂ ਰੇਜ਼ ਕਰੋਗੇ, ਅੱਛਾ ਪਲਾਨ ਨਹੀਂ ਦਿਓਗੇ, ਉਹ ਕਦੀ ਵੀ ਨਹੀਂ ਹੱਲ ਹੋਣ ਲੱਗਾ। ਕਹਿਣ ਨਾਲ ਹੀ ਹੁੰਦਾ। ਉਹ ਸਾਡੇ ਉਰਦੂ ਦੇ ਵਿੱਚ ਇੱਕ ਗੱਲ ਹੁੰਦੀ ਕਿ ਜੀ ਨਕਾਰ ਖਾਨੇ ਮੇਂ ਤੂਤੀ ਕੀ ਆਵਾਜ਼, ਕਿ ਨਗਾੜੇ ਵੱਜ ਰਹੇ ਆ ਤੇ ਉਹਦੇ ਵਿੱਚ ਇੱਕ ਤੂਤੀ ਕੀ ਕਰੇਗੀ, ਮਗਰ ਇਹ ਕਿ ਉਹਦੀ ਆਵਾਜ਼ ਹੁੰਦੀ, ਜਿਹੜੇ ਨਕਾਰੇ ਵੱਜ ਰਹੇ ਹੁੰਦੇ ਨਾ ਉਹਨਾਂ ਨੂੰ ਉਹ ਚੁੱਪ ਕਰਾ ਦਿੰਦੀ। ਕਿਉਂ ਕਿ ਤੁਸੀਂ ਉਹ ਡਿਸਟਰਬ ਕਰ ਦਿੰਦੇ ਉਹਨਾਂ ਦੀ ਰਿਦਮ। ਇਹ ਰਿਦਮ ਚੱਲ ਰਹੀ ਹੈ, ਇੱਕ ਸਿਸਟਮ ਹੈਗਾ, ਮਗਰ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਹੈਗਾ। ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ ਮੈਂ ਜਾ ਕੇ ਉੱਥੇ ਹੱਥ ਖੜਾ ਕਰਕੇ ਕਹਿ ਸਕਦਾ ਕਿ ਇਹ ਭਾਈਜਾਨ ਇਹ ਤੁਹਾਨੂੰ ਇਹ ਗਲਤਾਂ, ਇਹ ਤੁਸੀਂ ਰੋਂਗ ਕਰ ਰਹੇ ਹੋ, ਇਹਨੂੰ ਫਿਕਸ ਕਰੋ। ਅਗਰ ਉਹ ਉਸ ਵੇਲੇ ਨਹੀਂ ਹੋਏਗਾ, ਮਗਰ ਕੋਈ ਗੱਲ ਕਹਿਣ ਵਾਲਾ ਤਾਂ ਹੋਏਗਾ, ਤਵੱਜੋ ਤਾਂ ਦਿਲਾਈ ਜਾਏਗੀ ਨਾ, ਉਹਦੇ ਵੱਲ ਤੁਸੀਂ ਧਿਆਨ ਪਾਓਗੇ ਕਿ ਜੀ ਇਹ ਚੀਜ਼ ਜਿਹੜੀ ਨਾ ਉਹ ਦੇਖੋ। ਤੇ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਕਾਫੀ ਫਰਕ ਆਏਗਾ ਜਿਸ ਵੇਲੇ ਮੈਂ ਲੈਜਿਸਲੇਚਰ ਗਿਆ। ਓਕੇ, ਇੱਕ ਅਖੀਰਲਾ ਕੁਐਸਚਨ ਤੁਹਾਡੇ ਵਾਸਤੇ ਬਿਫੋਰ ਆਪਾਂ ਇੰਟਰਵਿਊ ਐਂਡ ਕਰੀਏ। ਮੈਂ ਕਾਲਸ ਹੁਣ ਇਸ ਟਾਈਮ ਤੁਹਾਡੇ ਸਾਹਮਣੇ 3 ਸਿੱਖ ਭਾਈਚਾਰੇ ਦੇ ਕੈਂਡੀਡੇਟਸ ਨੇ, ਕਾਫੀ ਸਟਰੋਂਗ ਕੈਂਡੀਡੇਟ ਨੇ। ਤੁਸੀਂ ਆਪਣੇ ਆਪ ਨੂੰ ਕਿੱਦਾਂ ਵੇਖ ਰਹੇ ਜੋ ਕਿ ਕਿੱਦਾਂ ਤੁਸੀਂ ਇਲੈਕਸ਼ਨ ਜਿੱਤੋਗੇ? ਦੇਖੋ ਜੀ, ਗੱਲ ਹੈ ਕਿ ਮੈਂ ਬੇਸ ਕਰ ਰਿਹਾ ਆਪਣੀ ਜਿਹੜੀ ਮੇਰੀ ਕਮਿਊਨਿਟੀ ਸਰਵਿਸਿਜ਼ ਆ ਲੋਕਾਂ ਵਾਸਤੇ, ਉਹਨਾਂ ਨੂੰ ਮੈਂ ਦੇਖ ਰਿਹਾ, ਉਹਨਾਂ ਨੂੰ ਪਤਾ ਆਮ ਟੈਸਟਡ ਟਰਾਈਡ ਟਰੂ। ਜਿਹੜੇ ਤੀਜੇ 3 ਲੋਕ ਦੇ ਨਾ ਉਹਨਾਂ ਦੀ ਕਮਿਊਨਿਟੀ ਸਰਵਿਸਿਜ਼ ਇੰਨੀ ਜ਼ਿਆਦਾ ਨਹੀਂ ਜਿੰਨੀਆਂ ਕਿ ਮੇਰੀਆਂ ਨੇ। ਹਰ ਬੰਦਾ ਮੈਨੂੰ ਜਾਣਦਾ ਕਿ ਮੈਨੂੰ ਓਪਨ ਬੁੱਕ ਹੈ ਮੈਂ, ਕਿ ਮੈਂ ਕੀ ਕੀਤਾ, ਕੀ ਕਰ ਸਕਣਾ ਤੇ ਕੀ ਕਰਨਾ ਚਾਹੀਦਾ। ਲੋਕਾਂ ਦੀ ਗੱਲ ਵੀ ਮੈਂ ਸੁਣਨਾ। ਮੇਰੇ ਕੈਂਡੀਡੇਟ ਜਿਹੜੇ ਨੇ, ਮੇਰਾ ਮੁਕਾਬਲਾ ਜਿਹੜਾ ਨਾ ਕਿਸੇ ਇੰਡੀਵਿਜੂਅਲ ਨਾਲ ਨਹੀਂ ਹੈਗਾ, ਮੇਰਾ ਮੁਕਾਬਲਾ ਹੈਗਾ ਸਿਸਟਮ ਨਾਲ, ਕਿ ਅਸੀਂ ਸਿਸਟਮ ਨੂੰ ਠੀਕ ਕਰਨਾ। ਤੇ ਜਦੋਂ ਤੱਕ ਅਸੀਂ ਸਿਸਟਮ ਨੂੰ ਨਹੀਂ ਠੀਕ ਕਰਾਂਗੇ, ਅਸੀਂ ਭਾਈਚਾਰਾ ਨਹੀਂ ਲਾਂਗੇ, ਤੇ ਕੋਈ ਚੀਜ਼ ਠੀਕ ਨਹੀਂ ਹੋਏਗੀ। ਠੀਕ ਆ, ਕੈਂਡੀਡੇਟ ਮੇਰਾ ਇੱਕ ਆਪਣਾ ਵੋਟ ਬੈਂਕ ਹੈਗਾ, ਮੇਰਾ ਇੱਕ ਬੇਸ ਹੈਗਾ, ਬੜੇ ਲੋਕ ਮੈਨੂੰ ਸੁਣ ਰਹੇ ਆ, ਬੜੇ ਲੋਕ ਆ ਰਹੇ ਨੇ। ਮੇਰੀ ਕੈਂਪੇਨ ਜਿਹੜੀ ਹੈ ਬੜੀ ਅੱਛੀ, ਸਰਪ੍ਰਾਈਜ਼ਿੰਗਲੀ ਜਿਹੜੇ ਬੜੇ ਪੰਡਤ ਨੇ, ਉਹਨਾਂ ਨੂੰ ਕਹਿੰਦੇ ਨੇ ਪੋਲੀਟੀਕਲ ਪੰਡਤ, ਉਹ ਕਹਿ ਰਹੇ ਨੇ ਕਿ ਜੀ ਇਟ ਇਜ਼ ਟਰਨਿੰਗ ਲਾਟ ਆਫ ਹੈਡਸ ਅਰਾਊਂਡ। ਤੇ ਇਹ ਇੰਡੀਪੈਂਡੈਂਟ ਹੈਗਾ, ਇੱਕ ਨਵੀਂ ਚੀਜ਼ ਹੈਗੀ ਹੈ। ਠੀਕ ਹੈ, ਸਾਨੂੰ ਕੋਸ਼ਿਸ਼ ਕਰਨੀ ਪੈ ਰਹੀ ਹੈ, ਮਗਰ ਆਮ ਕੁਆਇਟ ਕੰਫਰਟੇਬਲ ਕਿ ਵੀ ਵਿਲ ਵਿਨ ਦ ਸੀਟ। ਠੀਕ ਹੈ ਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਜੀ, ਮੈਂ ਮੈਸੇਜ ਇਹ ਦੇਣਾ ਚਾਹਾਂਗਾ, ਪਹਿਲੇ ਨੰਬਰ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮੈਨੂੰ ਬੁਲਾਉਣ ਦਾ ਇੱਥੇ। ਤੇ ਮੈਂ ਇਹ ਕਹਾਂਗਾ ਕਿ ਜੀ ਤੁਸੀਂ ਸਾਰੇ ਟਰਾਈ ਕਰ ਲਿਆ, ਤੇ ਇੱਕ ਸਾਨੂੰ ਵੀ ਟਰਾਈ ਦਿਓ। ਤੇ ਜੇ ਤੁਹਾਨੂੰ ਸਵਾਦ ਨਾ ਆਇਆ ਤੇ ਪੈਸੇ ਵਾਪਸ। ਮੈਂ ਇਹ ਕਹਾਂਗਾ ਕਿ ਮੈਨੂੰ ਆਓ ਤੇ ਮੈਨੂੰ ਆ ਕੇ ਵੋਟ ਦਿਓ 5 ਮਈ ਨੂੰ, ਤੇ ਤੁਹਾਨੂੰ ਮੈਂ ਡਿਸਅਪੋਇੰਟ ਨਹੀਂ ਕਰਾਂਗਾ। ਮੈਂ ਤੁਹਾਡੇ ਵਿੱਚੋਂ ਹੀ ਹਾਂ, ਤੇ ਇੱਕ ਟਰਾਈ ਸਾਨੂੰ ਵੀ ਕਰਾ ਦਿਓ। ਥੈਂਕ ਯੂ। Thank you, sir. Thank you for coming. Thank you for your time, and good luck for your election. Thank you very much.